ਐਕਸਾਈਜ਼ ਕਮਿਸ਼ਨਰ ਹਨ, ਉਹਨਾਂ ਨੂੰ ਜੀ ਆਇਆਂ ਨੂੰ ਹਾਜ਼ਰੀ ਭਰ ਰਹੇ ਨੇ। ਇਸੇ ਤਰ੍ਹਾਂ ਬਾਊ ਸੁਦਰਸ਼ਨ ਜੀ ਐਡਵੋਕੇਟ ਪਿੰਗਲਵਾੜੇ ਦੇ ਸਾਰੇ ਅਕਾਊਂਟਸ ਦੇ ਵਿੱਚ ਬਹੁਤ ਸਾਰੇ ਹੈਲਪਫੁਲ ਹੁੰਦੇ ਆ। ਉਹਨਾਂ ਦੇ ਨਾਲ JP ਭਾਟੀਆ ਜੀ ਆਏ ਨੇ, ਉਹਨਾਂ ਨੂੰ ਜੀ ਆਇਆਂ ਨੂੰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਕੁਛ ਕਿਤਾਬਾਂ ਪਿੰਗਲਵਾੜਾ ਸੰਸਥਾ ਵੱਲੋਂ ਜਿਹੜੀਆਂ ਰਿਲੀਜ਼ ਕੀਤੀਆਂ ਜਾਣੀਆਂ ਆ, ਉਹ ਸਾਡੀ ਬੇਟੀ ਸੇਵਾ ਉਹ ਨਿਭਾਏਗੀ। ਉਹ ਬੇਟੀ MA ਮਿਊਜ਼ਿਕ ਮਨਜੋਤ, ਤੁਸੀਂ ਸਾਰੇ ਅਸੀਸਾਂ ਦਿਓ। ਅਸੀਂ ਚਾਹੁੰਦੇ ਕਿ ਉਹ ਬੇਟੀ ਨੈਟ ਕਲੀਅਰ ਕਰਕੇ PhD ਵੀ ਕਰੇ, ਕਿਉਂਕਿ ਸੰਗਤਾਂ ਦੀਆਂ ਅਸੀਸਾਂ ਆ। ਉਹ ਬੇਟੀ ਨੇ MA ਮਿਊਜ਼ਿਕ ਕੀਤੀ ਹੋਈ ਆ, ਬੇਟੀ ਮਨਜੋਤ। ਬੇਟੀ ਮਨਜੋਤ आओ बेटे। गुरु रूप खालसा जी, गज के बुलाओ फतेह, आखो वाहिगुरु जी का खालसा वाहिगुरु जी की फतेह। अज असी भगत जी की 21वीं बरसी नूं मनाउण लई इकट्ठे होए हां। इस मौके ते पिंगलवाड़ा संस्था वल्लों कुछ किताबां आप दे रूबरू करन जा रहे हां। इन्हां किताबां दी कुंडचाई तो पहलां मैं आप जी नूं इह दसना जरूरी समझदी हां कि पिंगलवाड़े विच ਸਾਹਿਤ ਛਾਪਣ ਦਾ आगाज़ कदों ते किवें होया। पिंगलवाड़ा संस्था दे बानी भगत पूरन सिंह जी ने रसाले निबंध आदि छापण का आगाज़ किया। उन्होंने अपनी जिंदगी के दौर विच उस समय दीयां समस्यावां नूं मुख रखते हुए लोकां नूं अगाह करन वास्ते ਸਾਹਿਤ छापिया, तां जो भविख विच उन्हां नूं मुश्किलां दा सामना ना करना पवे। ਇਹ ਸਮੱਸਿਆ ਵਾਤਾਵਰਨ ਨਾਲ ਸੰਬੰਧਿਤ ਸਮੱਸਿਆ, ਇਸਤਰੀਆਂ ਦੇ ਹਾਲਾਤਾਂ ਬਾਰੇ ਅਤੇ ਮਹਾਨ ਵਿਅਕਤੀ ਦੀਆਂ ਜੀਵਨੀਆਂ, ਇਹ ਮੁੱਖ ਤੌਰ 'ਤੇ ਆਪ ਦੇ ਸਾਹਿਤ ਦਾ ਵਿਸ਼ਾ ਰਹੇ ਹਨ। ਆਪ ਜੀ ਨੇ ਗੁਰਬਾਣੀ ਨਾਲ ਸੰਬੰਧਿਤ ਵੀ ਸਾਹਿਤ ਦੀ ਰਚਨਾ ਕੀਤੀ। ਆਪ ਨੇ ਛਾਪਾਖਾਨਾ 1948 ਪਿੰਗਲਵਾੜਾ ਦੀ ਸਥਾਪਨਾ ਤੋਂ ਬਾਅਦ ਖੋਲ੍ਹਿਆ। 1948 ਤੋਂ 1992 ਤੱਕ ਆਪ ਨੇ ਕਈ ਪੁਸਤਕਾਂ ਲਿਖੀਆਂ ਅਤੇ ਇਸ਼ਤਿਹਾਰ ਦੇ ਰੂਪ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਵੰਡੇ। आप जी ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ, ਭਗਤ ਪੂਰਨ ਸਿੰਘ ਜੀ ਤੋਂ ਬਾਅਦ ਪਿੰਗਲਵਾੜਾ ਸੰਸਥਾ ਦੇ ਬਾਨੀ ਡਾਕਟਰ ਇੰਦਰਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ 220 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 108 ਕਿਤਾਬਾਂ ਪੰਜਾਬੀ ਭਾਸ਼ਾ ਵਿੱਚ। ਹੁਣ ਅਸੀਂ ਪਿੰਗਲਵਾੜਾ ਸੰਸਥਾ ਵੱਲੋਂ 6 ਕਿਤਾਬਾਂ ਦੀ ਕੁੰਡ ਚੁਕਾਈ ਕਰਨ ਜਾ ਰਹੇ ਹਾਂ। ਇਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਸਭ ਤੋਂ ਪਹਿਲੀ ਕਿਤਾਬ ਹੈ ਵਿਲੱਖਣ ਸ਼ਖਸੀਅਤ। ਇਸ ਦੇ ਸੰਪਾਦਕ ਹਨ ਡਾਕਟਰ ਇੰਦਰਜੀਤ ਕੌਰ जी ते इहदे राइटर हैं सरदार अमरजीत सिंह जी। ये किताब का सारंश आप दे सन्मुख रखन जाणगे सरदार अमरजीत सिंह जी। गुरु सवारियो, गुरु प्यारियो, फतेह अर्ज है जी। वाहिगुरु जी का खालसा वाहिगुरु जी की फतेह। मैनू जो संगत के दर्शन हो रहे हैं, उन्होंने बहुत सारे नौजवान बच्चे ते बच्चियां बैठिया हैं, पर जो फतेह का जवाब वो सिर्फ अगे जो बुजुर्ग बैठे हैं उन्होंने वालों ही आया है। शायद तुहाडे तक मेरी आवाज़ नहीं पहुँच सकी। मैं दोबारा फतेह अर्ज करता हाँ जी। वाहिगुरु जी का खालसा फतेह जी। अज जो जिस तरह बेटे ने दसिया कि किताबां रिलीज़ कीतियां जा रही हैं। पहली किताब जो है विलक्षण शख्सियतां। शख्सियत विलक्षण कदों बनती है? जदों स्वास सब नूं मिले हैं, 24 घंटे सब नूं मिले हैं, पर उन्हां 24 घंटियां दे दौरान असी अपने स्वासां दी वरतों किन्ने सुचੱਜੇ ढंग नाल कर पाते हाँ, बस वो सानू विलक्षण शख्सियत बना देंदी है। अज पिंगलवाड़ा की पावन धरती ते भगत पूरन सिंह जी नूं याद करदिआं, उन्हां वल्लों दर्शाए मार्ग ते चलदिआं सत्कारयोग डॉक्टर इंदरजीत कौर जी की अगवाई विच एक सुचੱਜਾ यतन 6 किताबां रिलीज़ कीतियां जा रही हैं। इन्हां विचों जिस किताब बारे मैं तुहाडे नाल गल करनी है उस दा टाइटल है विलक्षण शख्सियतां।
ਇਸ ਵਿੱਚ ਵੱਖ-ਵੱਖ ਲੇਖਕਾਂ ਦੀਆਂ ਲਿਖਤਾਂ ਰਾਹੀਂ ਸੰਸਾਰ ਪ੍ਰਸਿੱਧ ਉਹਨਾਂ 25 ਹਸਤੀਆਂ ਦੀ ਜੀਵਨੀਆਂ ਤੇ ਪੰਛੀ ਝਾਤ ਪਾਉਣ ਦਾ ਯਤਨ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਇਸ ਤਰ੍ਹਾਂ ਖਰਚ ਕੀਤਾ ਕਿ ਉਹ ਸਾਡੇ ਲਈ ਇੱਕ ਚਾਨਣ ਮੁਨਾਰਾ ਬਣ ਗਏ। ਫਿਰ ਉਹਨਾਂ ਦੇ ਜੀਵਨ ਦੇ ਅਣਥੱਕ ਯਤਨਾਂ ਨੂੰ ਪ੍ਰੇਰਨਾ ਸਰੋਤ ਬਣਾ ਕੇ ਇਸ ਕਿਤਾਬ ਰਾਹੀਂ ਪਿੰਗਲਵਾੜਾ ਸਾਨੂੰ ਸੁੱਤਿਆਂ ਨੂੰ ਜਗਾਉਣ ਲਈ ਹੰਭਲਾ ਮਾਰ ਰਿਹਾ ਹੈ। ਇਤਿਹਾਸ ਵਿੱਚ ਸਭ ਤੋਂ ਪਹਿਲਾਂ 550 ਸਾਲਾਂ 'ਤੇ ਗੁਰੂ ਨਾਨਕ ਜੀ ਦੇ ਅਣਥੱਕ ਸੇਵਕ ਰਾਏ ਬੁਲਾਰ ਖਾਨ ਜੀ ਦੀ ਜੀਵਨੀ ਹੈ। ਇਸ ਕਿਤਾਬ ਦੇ ਵਿੱਚ ਮੈਂ ਮੁੱਢਲੇ ਤੌਰ 'ਤੇ ਸਿਰਫ 3 ਜਾਂ 4 ਜੀਵਨੀਆਂ ਨੂੰ ਟੱਚ ਕਰਾਂਗਾ ਅਤੇ ਬਾਕੀ ਤੁਸੀਂ ਕਿਤਾਬ ਰਾਹੀਂ ਪੜ੍ਹੋਗੇ। ਉਹਨਾਂ ਦੀ ਜੀਵਨੀ ਡਾਕਟਰ ਸਰਬਜੀਤ ਕੌਰ ਜੀ ਸੰਧਾਵਾਲੀਆ ਨੇ ਆਪਣੀ ਕਲਮ ਰਾਹੀਂ ਬੜੇ ਸੰਖੇਪ ਲਫ਼ਜ਼ਾਂ ਦੇ ਵਿੱਚ ਉਹਨਾਂ ਦੀ ਗੁਰੂ ਨਾਨਕ ਜੀ ਪ੍ਰਤੀ ਸ਼ਰਧਾ ਭਾਵਨਾ ਨੂੰ, ਇਸ ਪੱਖ ਨੂੰ ਬਹੁਤ ਉਜਾਗਰ ਕੀਤਾ ਹੈ। ਜਦੋਂ ਅੱਜ ਦਾ ਸਰਮਾਏਦਾਰ, ਮੇਰੀ ਇਸ ਪੰਕਤੀ ਵੱਲ ਧਿਆਨ ਦੇਣਾ ਜੀ, ਅੱਜ ਦਾ ਸਰਮਾਏਦਾਰ ਹਾਕਮ ਧਰਮ ਨੂੰ ਆਪਣੇ ਗਲਬੇ ਵਿੱਚ ਲੈਣਾ ਚਾਹੁੰਦਾ ਹੈ, ਉਦੋਂ ਰਾਏ ਬੁਲਾਰ ਜੀ ਉਹ ਗੁਰੂ ਨਾਨਕ ਜੀ ਦੇ ਅਨੰਨ ਸੇਵਕ ਹੋ ਕੇ ਨਿਭਦੇ ਹਨ, ਆਪਣਾ ਮੁਰਸ਼ਿਦ ਮੰਨਦੇ ਹਨ ਅਤੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਭਾਗ ਮੰਨਦੇ ਹਨ ਕਿ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਉਹਨਾਂ ਨੂੰ, ਅਤੇ ਉਹ ਗੁਰੂ ਨਾਨਕ ਜੀ ਦੇ ਸਮਕਾਲੀ ਬਣੇ। ਉਹ ਕੋਈ ਆਪਣੇ ਹੰਕਾਰ ਨਹੀਂ ਉਹਨਾਂ ਨੂੰ ਪੈਸੇ ਦਾ, ਉਹਨਾਂ ਨੂੰ ਕੋਈ ਹੰਕਾਰ ਨਹੀਂ ਆਪਣੇ ਰੁਤਬੇ ਦਾ, ਆਪਣੀ ਉਮਰ ਦਾ, ਆਪਣੇ ਤਜਰਬੇ ਦਾ। ਸਿਰਫ 100% ਸਰੈਂਡਰ ਹੈ ਕਿ ਨਾਨਕ ਜੀ ਮੇਰੇ ਮੁਰਸ਼ਿਦ ਹਨ। ਇੱਕ ਲੇਖ ਹੈ ਮੁਹੱਬਤ ਦੇ ਰਾਹਾਂ ਦਾ ਪਾਂਧੀ ਭਾਈ ਮਰਦਾਨਾ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲੋਂ 9 ਸਾਲ ਵੱਡੇ ਹਨ ਉਮਰ ਵਿੱਚ, ਪਰ ਉਹਨਾਂ ਕੋਲ ਜੋ ਹੁਨਰ ਹੈ, ਸੰਗੀਤ ਦੀ ਸਮਝ ਅਤੇ ਗੁਰੂ ਨਾਨਕ ਦੀ ਰਮਜ਼ ਨੂੰ ਇੱਕ ਇਸ਼ਾਰੇ ਵਿੱਚ ਹੀ ਇਸ ਕਦਰ ਸਮਝਦੇ ਹਨ ਕਿ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ ਅਤੇ ਉਹ ਧੁਰ ਕੀ ਬਾਣੀ ਦੇ ਪੱਧਰ ਦੀਆਂ ਧੁਨਾਂ ਮਰਦਾਨਾ ਜੀ ਦੀ ਰਬਾਬ ਵਿੱਚੋਂ ਨਿਕਲਦੀਆਂ ਹਨ। ਭਾਈ ਮਰਦਾਨਾ ਜੀ ਗੁਰੂ ਨਾਨਕ ਜੀ ਦਾ 47 ਸਾਲ ਦਾ ਸਾਥ ਹੈ। ਸਿਰਫ ਇੱਕ ਸਾਥੀ ਸਾਰੀ ਜ਼ਿੰਦਗੀ ਦੀ ਸ਼ੁਰੂਆਤ ਦੇ ਵਿੱਚ ਗੁਰੂ ਨਾਨਕ ਸਾਹਿਬ ਚੁਣਦੇ ਹਨ, ਜਿਹਦੇ 'ਤੇ ਭਾਈ ਗੁਰਦਾਸ ਜੀ ਵੀ ਮੋਹਰ ਲਾਉਂਦੇ ਹਨ। ਇੱਕ ਬਾਬਾ ਅਕਾਲ ਰੂਪ ਅਤੇ ਦੂਜਾ ਰਬਾਬੀ ਮਰਦਾਨਾ। ਉਸ ਇੱਕੋ ਇੱਕ ਸਾਥੀ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਕਿਤੇ ਵੀ ਉਸ 5 ਵਕਤ ਦੇ ਨਮਾਜ਼ੀ ਨੂੰ ਨਮਾਜ਼ ਪੜ੍ਹਨ ਲਈ ਛੱਡਣ ਲਈ ਮਜਬੂਰ ਨਹੀਂ ਕਰਦੇ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਕਿਤੇ ਨਹੀਂ ਕਹਿੰਦੇ ਕਿ ਤੂੰ ਮੇਰਾ ਸਾਥੀ ਬਣ ਕੇ ਚੱਲਿਆ, ਆਪਾਂ ਇੱਕ ਨਵੇਂ ਧਰਮ ਦੀ ਗੱਲ ਕਰਨ ਲੱਗੇ ਹਾਂ, ਪਰ ਤੈਨੂੰ 5 ਨਮਾਜ਼ਾਂ ਛੱਡ ਦੇ, ਬਿਲਕੁਲ ਨਹੀਂ ਕਹਿੰਦੇ। ਔਰ ਮਰਦਾਨਾ ਜੀ ਉਹਨਾਂ ਨੇ 50 ਸਾਲ ਦੀ ਸੰਗਤ ਤੋਂ ਬਾਅਦ ਜਦੋਂ ਪਰਿਵਾਰ ਨੇ ਅੰਤਮ ਵੇਲਾ ਨੇੜੇ ਜਾਣ ਕੇ ਉਹਨਾਂ ਨੂੰ ਪੁੱਛਦੇ ਹਨ ਕਿ ਤੁਸੀਂ ਆਪਣਾ ਦੀਨ ਵੀ ਛੱਡਿਆ ਅਤੇ ਗੁਰੂ ਨਾਨਕ ਦੀ ਸੰਗਤ ਕੀਤੀ, ਅਤੇ ਦੱਸੋ ਜ਼ਿੰਦਗੀ ਭਰ ਦੀ ਖੱਟੀ ਕੀ ਹੈ? ਤਾਂ ਉਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ 3 ਚੀਜ਼ਾਂ ਭਾਈ ਮਰਦਾਨਾ ਜੀ ਨੇ ਦੱਸੀਆਂ ਆਪਣੇ ਬੱਚਿਆਂ ਨੂੰ ਕਿ ਇੱਕ ਪਿੱਛਲ ਰਾਤ ਵਾਹਿਗੁਰੂ ਦਾ ਸਿਮਰਨ ਕਰਨਾ, ਦੂਸਰਾ ਕੇਸ ਨਹੀਂ ਕਟਵਾਉਣੇ, ਔਰ ਤੀਸਰਾ ਆਏ ਗਏ ਗਰੀਬ ਲੋੜਵੰਦ ਦੀ ਸੇਵਾ ਕਰਨੀ, ਜਿਸ ਨੂੰ ਅੱਜ ਪਿੰਗਲਵਾੜਾ ਵੀ ਆਪਣਾ ਮੁੱਢਲਾ ਫਰਜ਼ ਸਮਝ ਕੇ ਇਸ ਰਾਹ ਦਾ ਪਾਂਧੀ ਬਣਿਆ ਹੋਇਆ ਹੈ। ਇਹ ਸਮਰਪਣ ਮਰਦਾਨਾ ਜੀ ਦੀ ਸੋਚ ਨੂੰ ਇੱਥੋਂ ਤੱਕ ਲੈ ਜਾਂਦਾ ਹੈ ਕਿ ਗੁਰੂ ਨਾਨਕ ਜੀ ਪੁੱਛਦੇ ਹਨ ਕਿ ਤੁਹਾਡੀ ਦੇਹ ਨੂੰ ਮਿੱਟੀ 'ਚ ਦੱਬ ਕੇ ਇੱਟਾਂ ਦੀ ਮੱਟੀ ਬਣਾ ਦਈਏ? ਅਤੇ ਅੱਗੋਂ ਮਰਦਾਨਾ ਜੀ ਜਵਾਬ ਦਿੰਦੇ ਹਨ ਕਿ ਮਾਸ ਦੀ ਮੱਟੀ ਵਿੱਚੋਂ ਕੱਢ ਕੇ ਅਤੇ ਫਿਰ ਇੱਟਾਂ ਦੀ ਮੱਟੀ ਵਿੱਚ ਪਾ ਰਹੇ ਹੋ। ਗੁਰੂ ਜੀ ਕਹਿੰਦੇ ਹਨ ਕਿ ਤੁਸੀਂ ਅਸਲ ਬ੍ਰਹਮ ਨੂੰ ਪਛਾਣ ਲਿਆ ਹੈ, ਤਾਂ ਮਰਦਾਨਾ ਜੀ ਕਹਿੰਦੇ ਹਨ ਕਿ ਤੁਸੀਂ ਬ੍ਰਹਮ ਨੂੰ ਪਛਾਣਿਆ ਅਤੇ ਮੈਂ ਤੁਹਾਨੂੰ ਪਛਾਣਿਆ। ਇੱਥੇ ਫਿਰ ਇੱਕ ਵਾਕ ਬਹੁਤ ਸੁੰਦਰ ਹੈ ਕਿ ਹੁਣ ਤੁਹਾਡੇ ਅਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ ਰਿਹਾ। ਦੋਨੋਂ ਭਾਈ ਗੱਲ ਕਰ ਰਹੇ ਹਨ, ਯਾਰ ਨਹੀਂ, ਭਾਈ ਮਰਦਾਨਾ ਹੈ ਨਾ ਜੀ, ਉਹ ਗੱਲਾਂ ਕਰ ਰਹੇ ਹਨ ਅਤੇ ਉਹ ਕਹਿੰਦੇ ਨੇ ਵੀ ਤੁਹਾਡੇ ਅਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ ਰਿਹਾ। ਅਤੇ ਗੁਰੂ ਨਾਨਕ ਕਹਿੰਦੇ ਹਨ ਕਿ ਨਹੀਂ, ਹੁਣ ਬਹੁਤਾ ਸ਼ਬਦ ਵੀ ਕੱਟ ਦੇ, ਤੇਰੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ।
ਐਸੀ ਰੋਚਕ ਸਾਖੀਆਂ ਤੇ ਉਹਦੇ ਨਾਲ ਅੱਜ ਦੇ ਯੁੱਗ ਦੇ ਕੁਝ ਉਹਨਾਂ ਵਿਲੱਖਣ ਸ਼ਖਸੀਅਤਾਂ ਦੀ ਜੇ ਗੱਲ ਕਰਾਂ ਤਾਂ ਮਹਾਰਾਸ਼ਟਰ ਦੀ ਹਸਤੀ ਡਾਕਟਰ ਦਾਬੋਲਕਰ, ਜਿਨ੍ਹਾਂ ਨੇ ਦਲਿਤਾਂ ਦੇ ਹੱਕ ਵਿੱਚ ਤੇ ਕਰਮਕਾਂਡਾਂ ਦੇ ਖਿਲਾਫ ਜੋ ਆਵਾਜ਼ ਉਠਾਈ। 1999 ਦੇ ਵਿੱਚ ਉਹਨਾਂ ਨੇ ਅੰਧ ਸ਼ਰਧਾ ਨਿਰਮੂਲਨ ਸਮਿਤੀ ਸੰਸਥਾ ਸ਼ੁਰੂ ਕੀਤੀ। 1995 ਵਿੱਚ ਵਿਧਾਨ ਸਭਾ ਦੇ ਵਿੱਚ ਖਰੜਾ ਪੇਸ਼ ਹੋ ਗਿਆ ਉਸ ਕਰਮਕਾਂਡ ਦੇ ਖਿਲਾਫ ਬਿੱਲ ਪਾਸ ਕਰਨ ਲਈ, ਲੇਕਿਨ ਤਾਕਤ ਬੜੀ ਜ਼ੋਰਾਵਰ ਸੀ। ਵਿਧਾਨ ਸਭਾ 'ਚੋਂ ਪਾਸ ਹੋ ਗਿਆ, ਵਿਧਾਨ ਪਰਿਸ਼ਦ ਦੇ ਵਿੱਚ ਫਸਾ ਲਿਆ ਤੇ ਵਿਧਾਨ ਪਰਿਸ਼ਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਬਿੱਲ ਪਾਸ ਨਹੀਂ ਹੋ ਸਕਿਆ ਜਦੋਂ ਤੱਕ ਕਰਮਕਾਂਡੀਆਂ ਨੇ ਉਹਨਾਂ ਨੂੰ ਗੋਲੀ ਮਾਰ ਕੇ ਕਤਲ ਨਹੀਂ ਕਰ ਦਿੱਤਾ। ਤੇ ਫਿਰ ਉਹਨਾਂ ਨੂੰ ਸ਼ਰਧਾਂਜਲੀ ਦੇ ਨਾਮ ਤੇ ਉਹ ਬਿੱਲ ਪੇਸ਼ ਕੀਤਾ ਗਿਆ। ਸਾਡਾ ਰਾਜਨੀਤਿਕ ਸਿਸਟਮ ਦਾ ਸ਼ੀਸ਼ਾ ਇਸ ਲੇਖ ਦੇ ਵਿੱਚ ਬਹੁਤ ਚੰਗੇ ਢੰਗ ਨਾਲ ਵਿਖਾਇਆ ਗਿਆ ਹੈ। ਬੀਬੀਆਂ ਦੀ ਹਾਲਤ ਲਈ ਮਲਾਲਾ ਯੂਸਫਜ਼ਈ ਤੇ ਮੁਖਤਾਰਾ ਮਾਈ, ਪਾਕਿਸਤਾਨ ਦੀਆਂ ਉਹ ਦੋ ਔਰਤਾਂ ਜਿਨ੍ਹਾਂ ਨੇ ਪੂਰੀ ਲੜਾਈ ਲੜ ਰਹੀਆਂ ਹਨ ਅੱਜ ਦੀ ਡੇਟ ਵਿੱਚ ਵੀ ਮਰਦ ਪ੍ਰਧਾਨ ਸਮਾਜ ਦੇ ਖਿਲਾਫ, ਉਹਨਾਂ ਬਾਰੇ 2 ਲੇਖ ਹਨ ਜੀ। ਇਸੇ ਤਰ੍ਹਾਂ ਸੰਸਾਰ ਪ੍ਰਸਿੱਧ ਵਿਗਿਆਨੀ ਇਬਨ ਅਲ ਹੈਥਮ, ਉਹਦੇ ਬਾਰੇ ਇੱਕ ਬਹੁਤ ਸੁੰਦਰ ਲੇਖ ਹੈ। ਇੱਕ ਹਸਤੀ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹਾਂਗਾ 2 ਲਾਈਨਾਂ ਦੇ ਵਿੱਚ। ਦਸ਼ਰਥ ਮਾਂਝੀ, ਆਪਣੀ ਬੀਵੀ ਮਰ ਗਈ, ਇਲਾਜ ਖੂਨੋਂ ਕੇ ਸਫ਼ਰ ਲੰਬਾ ਸੀ, ਪਹਾੜੀ ਚੜ੍ਹ ਕੇ ਫਿਰ ਉਤਰਨਾ ਸੀ, ਇੰਨੀ ਜ਼ਿੰਦਗੀ ਉਹਦੇ ਵਿੱਚ ਜਾਨ ਹੈ ਨਹੀਂ ਸੀ। ਉਹਨੇ ਦੂਸਰਿਆਂ ਦੇ ਘਰਾਂ ਦੀਆਂ ਜਾਨਾਂ ਬਚਾਉਣ ਲਈ ਛੈਣੀ ਤੇ ਹਥੌੜਾ ਚੁੱਕ ਲਿਆ ਕਿ ਮੈਂ ਇਹ ਪਹਾੜ ਦੀ ਛਾਤੀ ਚੀਰਨੀ ਆ। 22 ਸਾਲ 2 ਮਹੀਨੇ ਲੱਗੇ ਇਕੱਲੇ ਬੰਦੇ ਨੂੰ ਛੈਣੀ ਹਥੌੜੇ ਦੇ ਨਾਲ। ਲੋਕਾਂ ਨੇ ਪਾਗਲ ਆਖਿਆ, ਲੋਕਾਂ ਨੇ ਮੂਰਖ ਆਖਿਆ, ਲੋਕਾਂ ਨੇ ਇਹਨੂੰ ਬਿਲਕੁਲ ਇੰਪੋਸੀਬਲ ਗੱਲ ਆਖੀ, ਪਰ ਉਹ ਸਿਰੜੀ ਬੰਦਾ ਇੱਕ ਦਿਨ ਕਾਮਯਾਬ ਹੋ ਗਿਆ ਉਹ ਪਹਾੜ ਦੀ ਛਾਤੀ ਚੀਰਨ ਦੇ ਵਿੱਚ ਕਿ ਤਾਂ ਕਿ ਮੇਰੀ ਪਿਛਲੀ ਪੀੜ੍ਹੀ ਨੂੰ ਉਹ ਸਮਾਂ ਨਾ ਵੇਖਣਾ ਪਵੇ ਜੋ ਮੇਰੇ ਪਰਿਵਾਰ ਨੂੰ ਵੇਖਣਾ ਪਿਆ। ਉਹਨਾਂ ਬਾਰੇ ਬਹੁਤ ਸੁੰਦਰ ਲੇਖ ਹੈ ਜੀ। ਤੇ ਇਸ ਤੋਂ ਇਲਾਵਾ ਇਹਦੇ ਵਿੱਚ ਅਸਮਾ ਜਹਾਂਗੀਰ, ਗਦਰੀ ਬਾਬਿਆਂ, ਅਣਖੀ ਯੋਧਿਆਂ, ਅਕਾਲੀ ਮੋਢੀਆਂ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਦੀਆਂ ਜੀਵਨ ਝਲਕਾਂ ਹਨ। ਸੋ ਸਾਨੂੰ ਸਾਰਿਆਂ ਬਜ਼ੁਰਗਾਂ, ਬੱਚਿਆਂ, ਭੈਣਾਂ ਨੂੰ ਇਹ ਕਿਤਾਬ ਜ਼ਰੂਰ ਲੈ ਕੇ ਜਾਣੀ ਚਾਹੀਦੀ ਹੈ ਤੇ ਰੋਜ਼ ਪਰਿਵਾਰ ਵਿੱਚ ਬੈਠ ਕੇ ਬੱਚਿਆਂ ਅਤੇ ਆਪਣੇ ਨੌਜਵਾਨ ਪੁੱਤਰਾਂ ਨਾਲ ਇੱਕ ਜੀਵਨੀ ਦੀ ਸਾਂਝ ਜ਼ਰੂਰ ਪਾਣੀ ਚਾਹੀਦੀ ਹੈ, ਕਿਉਂਕਿ ਸਾਨੂੰ ਬਾਬਾ ਜੀ ਅਗਵਾਈ ਦਿੰਦੇ ਹਨ, ਬਾਬਾਨੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੁਣ ਮੈਂ ਮਿਸਿਸ ਨਰੇਸ਼ ਕਾਲੀਆ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਸਰਬੱਤ ਦੇ ਭਲੇ ਦਾ ਮਾਰਗ ਦਾ ਪਾਂਦੀ ਭਗਤ ਪੂਰਨ ਸਿੰਘ ਜੀ, ਇਸ ਦੇ ਸੰਪਾਦਕ ਹਨ ਭਾਈ ਅਮਰੀਕ ਸਿੰਘ ਜੀ। ਮਿਸਿਸ ਨਰੇਸ਼ ਕਾਲੀਆ ਇਸ ਕਿਤਾਬ ਦਾ ਸਾਰੰਸ਼ ਆਪ ਦੇ ਸਨਮੁਖ ਰੱਖਣ ਜਾ ਰਹੇ ਹਨ। ਮਿਸਿਸ ਨਰੇਸ਼ ਕਾਲੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਦੇ ਭਲੇ ਦੇ ਮਾਰਗ ਦਾ ਪਾਂਦੀ ਭਗਤ ਪੂਰਨ ਸਿੰਘ, ਇਸ ਪੁਸਤਕ ਦੇ ਲੇਖਕ ਹਨ ਭਾਈ ਅਮਰੀਕ ਸਿੰਘ ਜੀ। ਭਾਈ ਅਮਰੀਕ ਸਿੰਘ ਜੀ ਕਥਾਵਾਚਕ ਤਾਂ ਹਨ ਹੀ, ਖੋਜ ਵਿੱਚ ਵੀ ਗਹਿਰੀ ਦਿਲਚਸਪੀ ਰੱਖਦੇ ਹਨ ਤੇ ਉਹ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਕਲਾਂ ਰੋਪੜ ਦੇ ਵਿਦਿਆਰਥੀ ਹਨ। ਰੱਬ ਨੂੰ ਪਿਆਰ ਕਰਨ ਵਾਲੇ ਤੇ ਸੱਚ ਤੇ ਪਹਿਰਾ ਦੇਣ ਵਾਲੇ ਵਿਅਕਤੀ ਹਨ। ਪਿਛਲੇ ਸਾਲ ਜਦੋਂ ਉਹ ਭਗਤ ਜੀ ਦੀ 26ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਏ ਤੇ ਭਗਤ ਜੀ ਨੂੰ ਕਥਾ ਰਾਹੀਂ ਭਾਵਪੂਰਵਕ ਸ਼ਰਧਾਂਜਲੀ ਦਿੱਤੀ ਤੇ ਬਾਅਦ ਵਿੱਚ ਉਹਨਾਂ ਨੇ ਭਗਤ ਜੀ ਦੀ ਜੀਵਨੀ ਬਾਰੇ ਪੁੱਛਿਆ ਤਾਂ ਪਿੰਗਲਵਾੜਾ ਸੰਸਥਾ ਵੱਲੋਂ ਉਹਨਾਂ ਨੂੰ ਭਗਤ ਜੀ ਦੇ ਲੇਖਾਂ ਨਾਲ ਸੰਬੰਧਿਤ ਕਿਤਾਬਾਂ ਭੇਂਟ ਕੀਤੀਆਂ ਗਈਆਂ ਤੇ ਭਗਤ ਜੀ ਦੀ ਜੀਵਨੀ ਲਿਖਣ ਦੀ ਸੇਵਾ ਉਹਨਾਂ ਨੂੰ ਸੌਂਪ ਦਿੱਤੀ ਗਈ। ਭਾਈ ਸਾਹਿਬ ਨੇ 1 ਸਾਲ ਦੀ ਮਿਹਨਤ ਦੇ ਨਾਲ ਜਿਹੜਾ ਸਾਹਿਤ ਉਹਨਾਂ ਨੂੰ ਡਾਕਟਰ ਇੰਦਰਜੀਤ ਕੌਰ ਜੀ ਵੱਲੋਂ ਉਪਲਬਧ ਕਰਾਇਆ ਗਿਆ, ਉਸ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹ ਕੇ 1 ਸਾਲ ਦੀ ਮਿਹਨਤ ਵਿੱਚ ਉਹਨਾਂ ਨੇ ਇਹ ਪੁਸਤਕ ਤਿਆਰ ਕੀਤੀ। ਉਹਨਾਂ ਨੇ ਉਹ ਸਾਰੀਆਂ ਥਾਵਾਂ ਦੇ ਉੱਤੇ ਗਏ ਜਿੱਥੇ ਭਗਤ ਜੀ ਨੇ ਹੱਥੀਂ ਸੇਵਾ ਕੀਤੀ ਸੀ,
ਕਦੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਪੈਦਲ ਚੱਲਣ ਵਾਲੇ ਰਸਤੇ ਉੱਤੇ, ਕਦੇ ਚੀਫ ਖਾਲਸਾ ਦੀਵਾਨ ਦੇ ਸਾਹਮਣੇ, ਕਦੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਬਾਹਰ ਝੁੱਗੀਆਂ ਵਿੱਚ, ਤੇ ਕਦੀ ਇੰਦਰ ਪੈਲੇਸ ਸਿਨੇਮਾ ਦੀ ਖਾਲੀ ਪਈ ਇਮਾਰਤ ਵਿੱਚ। ਸੋ ਇਸ ਤਰ੍ਹਾਂ ਕਰਕੇ ਭਾਈ ਜੀ ਭਗਤ ਜੀ ਦੇ ਉਸ ਔਕੜਾਂ ਭਰੇ ਬਿਖਮ ਮਾਰਗ ਦਾ ਅੰਦਾਜ਼ਾ ਲਗਾਉਣਾ ਚਾਹੁੰਦੇ ਸਨ। ਇਸ ਕਿਤਾਬ ਬਾਰੇ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਇਸ ਕਿਤਾਬ ਦੇ ਵਿੱਚ ਉਹਨਾਂ ਸਾਰੀਆਂ ਘਟਨਾਵਾਂ ਦਾ ਵੀ ਬਿਉਰਾ ਦਿੱਤਾ ਗਿਆ ਹੈ ਜਿਹੜੀਆਂ ਹਜੇ ਤੱਕ ਇਸ ਤੋਂ ਪਹਿਲਾਂ ਕਿਸੇ ਕਿਤਾਬ ਦੇ ਵਿੱਚ ਨਹੀਂ ਛਾਪੀਆਂ ਗਈਆਂ। ਭਗਤ ਜੀ ਨੇ ਵੱਡੀ ਸੇਧ ਜੀਵਨ ਦੀ ਔਖੀ ਮੰਜ਼ਿਲ ਨੂੰ ਤੈਅ ਕਰਨ ਲਈ ਵੱਡੀ ਸੇਧ ਗੁਰਬਾਣੀ ਤੋਂ ਲਈ ਸੀ, ਤੇ ਭਾਈ ਸਾਹਿਬ ਨੇ ਆਪਣੇ ਗੁਰਬਾਣੀ ਦੇ ਗਿਆਨ ਨਾਲ ਭਗਤ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਹੋਰ ਵੀ ਸ਼ਿੰਗਾਰਿਆ ਹੈ। ਸਰਬੱਤ ਦੇ ਭਲੇ ਦੇ ਮਾਰਗ ਦੇ ਪਾਂਧੀ ਸਨ ਭਗਤ ਪੂਰਨ ਸਿੰਘ ਜੀ। ਜਿਹੜਾ ਮਾਰਗ ਸਰਬੱਤ ਦੇ ਭਲੇ ਦਾ ਮਾਰਗ ਉਹਨਾਂ ਨੇ ਚੁਣਿਆ, ਉਹ ਬੜਾ ਔਕੜਾਂ ਭਰਿਆ ਮਾਰਗ ਸੀ। ਭਗਤ ਜੀ ਨੇ ਆਪਣਾ ਸਮੁੱਚਾ ਜੀਵਨ ਦੀਨ ਦੁਖੀਆਂ, ਲਵਾਰਿਸਾਂ, ਅਨਾਥਾਂ, ਲੋੜਵੰਦਾਂ ਦੀ ਸੇਵਾ ਦੇ ਵਿੱਚ ਸਮਰਪਿਤ ਕੀਤਾ ਹੋਇਆ ਸੀ। ਭਗਤ ਜੀ ਨੂੰ ਇੱਕੋ ਇੱਕ ਸ਼ੌਂਕ ਸੀ, ਵੱਧ ਤੋਂ ਵੱਧ ਗਿਆਨ ਹਾਸਲ ਕਰਨ ਦਾ ਸ਼ੌਂਕ। ਉਹਨਾਂ ਨੇ ਲਾਇਬ੍ਰੇਰੀਆਂ ਦੇ ਵਿੱਚ ਪੁਸਤਕਾਂ ਪੜ੍ਹ ਕੇ ਗਿਆਨ ਹਾਸਲ ਕੀਤਾ। ਕਹਿੰਦੇ ਨੇ ਭਗਤ ਜੀ 7 ਅਖਬਾਰਾਂ ਪੜ੍ਹਦੇ ਸੀ, ਔਰ ਉਹਨਾਂ ਅਖਬਾਰਾਂ ਵਿੱਚੋਂ ਵੀ ਖੋਜ ਭਰਪੂਰ ਲੇਖਾਂ ਨੂੰ ਪੜ੍ਹ ਕੇ ਉਹਨਾਂ ਨੂੰ ਛਾਪ ਕੇ ਤੇ ਸੰਗਤਾਂ ਦੇ ਵਿੱਚ ਮੁਫਤ ਵੰਡਣਾ। ਭਗਤ ਜੀ ਕਹਿੰਦੇ ਸਨ ਕਿ ਜਿਨ੍ਹਾਂ ਸਮੱਸਿਆਵਾਂ ਕਰਕੇ ਮਨੁੱਖਤਾ ਦੀ ਹੋਂਦ ਖਤਰੇ ਵਿੱਚ ਪੈਂਦੀ ਹੋਵੇ, ਉਹਨਾਂ ਕਾਰਨਾਂ ਨੂੰ ਆਮ ਆਦਮੀ ਨੂੰ ਦੱਸ ਦੇਣਾ ਬੜੇ ਪੁੰਨ ਦਾ ਕੰਮ ਹੁੰਦਾ ਹੈ। ਚਾਹੇ ਉਹ ਸਮੱਸਿਆ ਪ੍ਰਦੂਸ਼ਣ ਦੀ ਹੋਵੇ, ਜਾਂ ਵੱਧਦੀ ਹੋਈ ਆਬਾਦੀ ਦੀ ਹੋਵੇ, ਜਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇ, ਜਾਂ ਰੁੱਖਾਂ ਦੀ ਕਟਾਈ ਦੀ ਸਮੱਸਿਆ ਹੋਵੇ। ਸੋ ਭਗਤ ਜੀ ਨੇ ਗਿਆਨ ਦਾ ਵੀ ਲੰਗਰ ਲਗਾਇਆ ਹੋਇਆ ਸੀ। ਸੋ ਜਿੰਨੀ ਲਾਲਸਾ ਉਹਨਾਂ ਨੂੰ ਗਿਆਨ ਹਾਸਲ ਕਰਨ ਦੀ ਸੀ, ਓਨੀ ਹੀ ਭੁੱਖ ਸੀ ਉਹਨਾਂ ਨੂੰ ਇਸ ਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ। ਕਹਿੰਦੇ ਨੇ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਇੱਕ ਵਾਰ ਪੁਸਤਕ ਮੇਲਾ ਲੱਗਿਆ ਹੋਇਆ ਸੀ, ਤੇ ਭਗਤ ਜੀ ਵੀ ਉਸ ਪੁਸਤਕ ਮੇਲੇ ਵਿੱਚ ਚਲੇ ਗਏ। ਉੱਥੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਤੇ ਪਬਲਿਸ਼ਰ ਆਉਂਦੇ ਸਨ, ਤੇ ਭਗਤ ਜੀ ਨੇ ਉੱਥੇ ਬਹੁਤ ਸਾਰੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ। ਦੁਕਾਨਦਾਰਾਂ ਨੇ ਜਦੋਂ ਇੰਨੀਆਂ ਸਾਰੀਆਂ ਕਿਤਾਬਾਂ ਇਕੱਠੀਆਂ ਕਰਦਿਆਂ ਨੂੰ ਵੇਖਿਆ, ਤਾਂ ਉਹਨਾਂ ਕਿਹਾ ਕਿ ਇਹ ਬਾਬਾ ਪੜ੍ਹਿਆ ਲਿਖਿਆ ਤਾਂ ਜਾਪਦਾ ਨਹੀਂ, ਤੇ ਨਾ ਹੀ ਇਹਦੇ ਕੋਲ ਇੰਨੀਆਂ ਸਾਰੀਆਂ ਕਿਤਾਬਾਂ ਖਰੀਦਣ ਲਈ ਪੈਸੇ ਹੋਣੇ ਨੇ। ਪਰ ਜਦੋਂ ਭਗਤ ਜੀ ਨੇ ਆਪਣੇ ਸਾਦੇ ਜਿਹੇ ਥੈਲੇ ਦੇ ਬੋਝੇ ਵਿੱਚੋਂ ਰੁੱਗ ਭਰ ਭਰ ਕੇ ਪੈਸੇ ਕੱਢੇ ਤੇ ਉਹ ਸਾਰੀਆਂ ਕਿਤਾਬਾਂ ਖਰੀਦ ਲਈਆਂ, ਤਾਂ ਦੁਕਾਨਦਾਰ ਹੈਰਾਨ ਰਹਿ ਗਏ। ਇੰਨਾ ਸ਼ੌਂਕ ਸੀ ਭਗਤ ਜੀ ਨੂੰ ਕਿਤਾਬਾਂ ਪੜ੍ਹਨ ਦਾ। ਉਸ ਪੁਸਤਕ ਮੇਲੇ ਵਿੱਚ ਹੀ ਭਗਤ ਜੀ ਦੀ ਮੁਲਾਕਾਤ ਪ੍ਰੋਫੈਸਰ ਜਗਜੀਤ ਸਿੰਘ ਵਾਲੀਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪ੍ਰੈਸ ਤੇ ਪ੍ਰਕਾਸ਼ਨ ਵਿਭਾਗ ਦੇ ਡਾਇਰੈਕਟਰ ਨਾਲ ਹੋਈ। ਤੇ ਜਦੋਂ ਬਾਅਦ ਵਿੱਚ ਉਹ ਭਗਤ ਜੀ ਨੂੰ ਅੰਮ੍ਰਿਤਸਰ ਮਿਲਣ ਆਏ ਤੇ ਕੋਈ ਸੇਵਾ ਬਾਰੇ ਪੁੱਛਿਆ, ਤਾਂ ਭਗਤ ਜੀ ਨੇ ਉਹਨਾਂ ਨੂੰ ਇੱਕ ਪੁਸਤਕ ਉਪਲਬਧ ਕਰਾਉਣ ਲਈ ਕਿਹਾ। ਉਸ ਪੁਸਤਕ ਦਾ ਨਾਮ ਸੀ ਦ ਲਿਮਿਟਸ ਆਫ ਗਰੋਥ ਬਾਏ ਡੋਨੀਲਾ ਐਚ ਮੀਡੋਜ਼। ਸੋ ਜਦੋਂ ਪ੍ਰੋਫੈਸਰ ਸਾਹਿਬ ਨੇ ਯੂਨੀਵਰਸਿਟੀ ਜਾ ਕੇ ਲਾਇਬ੍ਰੇਰੀ ਦੇ ਵਿੱਚ ਉਸ ਪੁਸਤਕ ਦੀ ਭਾਲ ਕੀਤੀ, ਤਾਂ ਪਤਾ ਲੱਗਿਆ ਕਿ ਲਾਇਬ੍ਰੇਰੀ ਵਾਲਿਆਂ ਵੱਲੋਂ ਇਹ ਪੁਸਤਕ 5 ਸਾਲ ਪਹਿਲਾਂ ਹੀ ਖਰੀਦੀ ਗਈ ਸੀ, ਤੇ ਹਜੇ ਤੱਕ ਸਿਰਫ ਲਾਇਬ੍ਰੇਰੀ ਦੀ ਸ਼ੈਲਫ ਦਾ ਹੀ ਸ਼ਿੰਗਾਰ ਸੀ। ਭਗਤ ਜੀ ਪਹਿਲੇ ਵਿਅਕਤੀ ਸਨ ਉਸ ਪੁਸਤਕ ਨੂੰ ਇਸ਼ੂ ਕਰਾਉਣ ਵਾਲੇ। ਉਸ ਤੋਂ ਪਹਿਲਾਂ ਕਿਸੇ ਨੇ ਉਹ ਪੁਸਤਕ ਇਸ਼ੂ ਨਹੀਂ ਸੀ ਕਰਵਾਈ। ਸੋ ਇੰਨਾ ਗਿਆਨ ਸੀ ਭਗਤ ਜੀ ਨੂੰ ਪੁਸਤਕਾਂ ਬਾਰੇ। ਭਗਤ ਜੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪਰਉਪਕਾਰ ਦੇ ਕੰਮ ਵਿੱਚ ਲੱਗੀਆਂ ਹੋਈਆਂ ਸ਼ਖਸੀਅਤਾਂ ਬਾਰੇ ਵੀ ਜਾਣਕਾਰੀ ਸੀ। ਜਿਵੇਂ ਭਗਤ ਜੀ ਨੇ ਆਪਣੇ ਲੇਖਾਂ ਵਿੱਚ ਇੰਗਲੈਂਡ ਦੀ ਬੀਬੀ ਫਲੋਰੈਂਸ ਨਾਈਟਿੰਗੇਲ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਆਪਣੀ ਸਮੁੱਚਾ ਜੀਵਨ ਵਿਆਹ ਨਾ ਕਰਵਾ ਕੇ ਸਾਰਾ ਜੀਵਨ ਜ਼ਖਮੀ ਸਿਪਾਹੀਆਂ ਤੇ ਰੋਗੀਆਂ ਦੀ ਸੇਵਾ ਸੰਭਾਲ ਦੇ ਵਿੱਚ ਅਰਪਿਤ ਕੀਤਾ ਹੋਇਆ ਸੀ। ਸੋ ਇਸੇ ਤਰ੍ਹਾਂ ਅਮਰੀਕਾ ਦੀ ਇੱਕ ਬੀਬੀ ਜੇਨ ਐਡਮਸ, ਜਿਨ੍ਹਾਂ ਨੇ ਸ਼ਿਕਾਗੋ ਸ਼ਹਿਰ ਦੇ ਵਿੱਚ ਲੋੜਵੰਦਾਂ ਲਈ ਇੱਕ ਆਸ਼ਰਮ ਬਣਾਇਆ ਸੀ, ਜਿਹਦਾ ਨਾਮ ਉਹਨਾਂ ਨੇ ਹੱਲ ਹਾਊਸ ਰੱਖਿਆ ਸੀ। ਸੋ ਭਗਤ ਜੀ ਇਹਨਾਂ ਮਹਾਨ ਸ਼ਖਸੀਅਤਾਂ ਬਾਰੇ ਵੀ ਪੜ੍ਹਦੇ ਸਨ। ਸੋ ਧਾਰਮਿਕ ਸਾਹਿਤ ਦੇ ਨਾਲ ਨਾਲ ਹੋਰ ਵੀ ਬਹੁਤ ਸਾਰਾ ਸਾਹਿਤ ਪੜ੍ਹਨ ਕਰਕੇ ਉਹਨਾਂ ਦੀ ਸ਼ਖਸੀਅਤ ਦੀ ਘਾੜਤ ਇੱਕ ਅਨੋਖੇ ਢੰਗ ਨਾਲ ਘੜੀ ਗਈ ਸੀ। ਭਗਤ ਜੀ ਨੇ ਆਪਣੇ ਬਾਰੇ 'ਚ ਕਦੀ ਨਹੀਂ ਸੀ ਸੋਚਿਆ, ਹਮੇਸ਼ਾ ਸਰਬੱਤ ਦੇ ਭਲੇ ਬਾਰੇ ਹੀ ਸੋਚਦੇ ਸੀ। ਜਦੋਂ ਭਗਤ ਜੀ ਜੂਨ 1992 ਦੇ ਵਿੱਚ ਬਿਮਾਰ ਹੋ ਗਏ,
ਤੇ ਉਹਨਾਂ ਨੂੰ ਵਰਿਆਮ ਸਿੰਘ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਉਦੋਂ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਜੀ ਭਗਤ ਜੀ ਨੂੰ ਮਿਲਣ ਲਈ ਗਏ, ਉਹਨਾਂ ਦੀ ਖਬਰਸਾਰ ਪੁੱਛਣ ਲਈ ਗਏ ਤਾਂ ਭਗਤ ਜੀ ਨੇ ਆਪਣੇ ਬਾਰੇ 'ਚ ਕੋਈ ਗੱਲ ਨਹੀਂ ਕੀਤੀ ਤੇ ਉਹਨਾਂ ਪੁੱਛਿਆ ਕਿ ਤੁਹਾਡੀ ਸਰਕਾਰ ਰੁੱਖ ਲਾਉਣ ਸੰਬੰਧੀ ਕੀ ਕੰਮ ਕਰ ਰਹੀ ਹੈ। ਮਾਨਸਿਕ ਰੋਗੀਆਂ ਦੇ ਹਸਪਤਾਲ ਦੇ ਵਿੱਚ ਖਾਣੇ ਦਾ ਬਜਟ ਬਹੁਤ ਘੱਟ ਹੈ, ਉਸ ਬਜਟ ਨੂੰ ਵਧਾਇਆ ਜਾਣਾ ਚਾਹੀਦਾ ਹੈ। ਅਨਾਥਾਂ ਦਾ ਯੋਗ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਸ ਦਰਦ ਭਰੇ ਮਾਹੌਲ ਦੇ ਵਿੱਚ ਵੀ ਭਗਤ ਜੀ ਨੂੰ ਆਪਣੀ ਸਿਹਤ ਦੀ ਕੋਈ ਚਿੰਤਾ ਨਹੀਂ ਸੀ। ਚਿੰਤਾ ਸੀ ਤਾਂ ਸਰਬੱਤ ਦੇ ਭਲੇ ਦੀ, ਸਮੁੱਚੀ ਮਾਨਵਤਾ ਦੇ ਭਲੇ ਦੀ। ਸੋ ਇਹ ਜਿਹੜੀ ਪੁਸਤਕ ਹੈ ਸਰਬੱਤ ਦੇ ਭਲੇ ਦਾ ਪਾਂਧੀ ਭਗਤ ਪੂਰਨ ਸਿੰਘ, ਇਸ ਪੁਸਤਕ ਵਿੱਚ ਲੇਖਕ ਨੇ ਇਸ ਪੁਸਤਕ ਨੂੰ 4 ਅਧਿਆਏ ਦੇ ਵਿੱਚ ਵੰਡਿਆ ਹੈ। ਪਹਿਲੇ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਤੇ ਉਹਨਾਂ ਦਾ ਜਨਮ, ਦੂਸਰੇ ਅਧਿਆਏ ਦੇ ਵਿੱਚ ਉਹਨਾਂ ਦਾ ਬਚਪਨ ਦਾ ਨਾਮ ਰਾਮਜੀ ਦਾਸ ਤੇ ਰਾਮਜੀ ਦਾਸ ਤੋਂ ਭਗਤ ਪੂਰਨ ਸਿੰਘ ਬੰਨਾ ਉਹਨਾਂ ਦਾ ਬਚਪਨ, ਤੀਸਰੇ ਦੇ ਵਿੱਚ ਭਗਤ ਜੀ ਦੁਆਰਾ ਕੀਤੀ ਗਈ ਘਾਲ ਕਮਾਈ, ਉਹਨਾਂ ਦਾ ਕੀਤਾ ਹੋਇਆ ਸੰਘਰਸ਼, ਤੇ ਚੌਥੇ ਦੇ ਵਿੱਚ ਭਗਤ ਜੀ ਨੇਕੀ ਦਾ ਮੁਜੱਸਮਾ। ਤੇ ਇਸ ਦੇ ਵਿੱਚ ਵੱਖ-ਵੱਖ ਘਟਨਾਵਾਂ ਨਹੀਂ, ਵੱਖ-ਵੱਖ ਸਿਰਲੇਖਾਂ ਹੇਠ ਭਗਤ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਘਟਨਾਵਾਂ ਦਾ ਬਿਉਰਾ ਲੇਖਕ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਦਿੱਤਾ ਹੈ। ਸੋ ਇਹ ਪੁਸਤਕ ਇੱਕ ਪ੍ਰੇਰਣਾਦਾਇਕ ਪੁਸਤਕ ਹੈ। ਇਹ ਸਾਰੇ ਸਕੂਲਾਂ ਤੇ ਕਾਲਜਾਂ ਵਿੱਚ ਲਾਇਬ੍ਰੇਰੀਆਂ ਦਾ ਹਿੱਸਾ ਬਣਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਇਸ ਪੁਸਤਕ ਨੂੰ ਪੜ੍ਹਨ, ਇਸ ਮਹਾਨ ਸ਼ਖਸੀਅਤ ਬਾਰੇ ਜਾਣ ਸਕਣ, ਕਿਉਂਕਿ ਇਹ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਜੀਵਨ ਪ੍ਰਤੀ ਸੋਚ ਨੂੰ ਬਦਲ ਕੇ ਰੱਖ ਦੇਣ ਵਾਲੀ ਪੁਸਤਕ ਹੈ। ਮੈਂ ਆਪ ਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਅਗਰ ਆਪ ਇਸ ਪੁਸਤਕ ਦਾ ਪਹਿਲਾ ਸਫ਼ਾ ਪੜ੍ਹੋਗੇ ਤਾਂ ਇਹ ਪੁਸਤਕ ਆਪਣੇ ਆਪ ਨੂੰ ਖਿੱਚ ਕੇ ਆਖਰੀ ਸਫ਼ੇ ਤੱਕ ਲੈ ਜਾਏਗੀ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਭੁੱਲਾਂ ਚੁੱਕਾਂ ਲਈ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਡਾਕਟਰ SS ਚੀਨਾ ਜੀ ਨੂੰ ਬੇਨਤੀ ਕਰਦੀ ਹਾਂ ਕਿ ਜੋ ਕਿ ਸਿੱਖਿਆ ਪ੍ਰਣਾਲੀ ਪੁਸਤਕ, ਜਿਸ ਦੇ ਸੰਪਾਦਕ ਡਾਕਟਰ ਇੰਦਰਜੀਤ ਕੌਰ ਜੀ, ਇਸ ਕਿਤਾਬ ਦਾ ਸਾਰੰਸ਼ ਡਾਕਟਰ SS ਚੀਨਾ ਆਪ ਜੀ ਦੇ ਸਨਮੁਖ ਰੱਖਣ ਜਾ ਰਹੇ ਹਨ। ਅਜੋਕੀ ਸਿੱਖਿਆ ਪ੍ਰਣਾਲੀ। ਬਹੁਤ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਇੰਦਰਜੀਤ ਕੌਰ ਦੇ ਉਦਮ ਨਾਲ ਸਮੇਂ ਦੀ ਬੜੀ ਲੋੜ ਦੇ ਮੁਤਾਬਕ ਇਸ ਸਮੇਂ 'ਚ ਜਿਸ ਤਰ੍ਹਾਂ ਸਾਡੇ ਮਨੁੱਖੀ ਸਾਧਨਾਂ ਦਾ ਜਿਸ ਤਰ੍ਹਾਂ ਬੇਕਦਰੀ ਹੋ ਰਹੀ ਹੈ, ਉਹਦੇ ਬਾਰੇ ਲਿਖੀ ਪੁਸਤਕ ਜਿਹੜੀ ਹੈ ਇਹ ਬੜੀ ਇੱਕ ਸੇਧ ਦੇਣ ਵਾਲੀ ਅਤੇ ਚੰਗੀ ਪੁਸਤਕ ਆ। ਮੈਨੂੰ ਬੜੀ ਖੁਸ਼ੀ ਆ ਕਿ ਇਹਨਾਂ ਨੇ ਮੈਨੂੰ ਇਹ ਕੰਮ ਦਿੱਤਾ ਕਿ ਮੈਂ ਇਹਦਾ ਮੁੱਖਬੰਧ ਲਿਖਾਂ। ਅੱਜ ਦੇ ਸਮੇਂ ਵਿੱਚ ਜੇ ਅਸੀਂ ਉਹਨੂੰ ਸਿੱਖਿਆ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਘੋਖੀਏ ਤਾਂ ਫਿਰ ਪਤਾ ਲੱਗਦਾ ਹੈ ਕਿ ਸਾਡੇ ਸਾਧਨ ਜਿਹੜੇ ਸਾਡੇ ਕੋਲ ਇੱਕੋ ਇੱਕ ਮਨੁੱਖੀ ਸਾਧਨਾਂ ਦਾ ਹੀ ਤਾਂ ਬਹੁਤਾਤ ਆ ਹਿੰਦੁਸਤਾਨ 'ਚ, ਹੋਰ ਤਾਂ ਸਾਰੇ ਸਾਧਨਾਂ ਦੀ ਕਮੀ ਆ ਅਤੇ ਉਹਨਾਂ ਦੀ ਅਸੀਂ ਜਿਹੜਾ ਜਾਇਆ ਜਾਣਾ ਆ ਉਹ ਕਿਸ ਤਰ੍ਹਾਂ ਹੋ ਰਿਹਾ। ਮੈਂ 1-2 ਗੱਲਾਂ ਹੀ ਕਰਾਂਗਾ ਇਹਦੇ ਬਾਰੇ ਛੋਟੇ ਬਰੀਫ ਦੇ ਵਿੱਚ ਕਿ ਭਾਰਤ ਦੇ 100 ਦੇ ਵਿੱਚੋਂ 28 ਬੱਚੇ ਉਹ ਨੇ ਜਿਹੜੇ 8ਵੀਂ ਜਮਾਤ ਤੋਂ ਪਹਿਲਾਂ ਸਕੂਲ ਛੱਡ ਜਾਂਦੇ ਨੇ। ਅਸੀਂ ਸੰਵਿਧਾਨ 'ਚ ਇਹ ਗੱਲ ਤਾਂ ਕਰਨੇ ਆ ਕਿ ਹਰ ਇੱਕ ਲਈ ਬਰਾਬਰ ਮੌਕੇ ਨੇ, ਹਰ ਕੋਈ IAS ਅਫਸਰ ਬਣ ਸਕਦਾ ਹੈ, ਹਰ ਕੋਈ IAS ਅਫਸਰ ਬਣ ਸਕਦਾ ਹੈ, ਪਰ ਜਿਹੜੇ 28 ਬੱਚੇ 8ਵੀਂ ਜਮਾਤ ਜਾਣ ਤੋਂ ਪਹਿਲਾਂ ਹੀ ਸਕੂਲ ਛੱਡ ਕੇ ਘਰ ਆ ਜਾਂਦੇ ਨੇ, ਉਹ ਘਰ ਆ ਕੇ ਕੋਈ ਲਾਨ ਟੈਨਿਸ ਜਾਂ ਕ੍ਰਿਕਟ ਜਾਂ ਬੈਡਮਿੰਟਨ ਵਗੈਰਾ ਨਹੀਂ ਖੇਡਦੇ। ਉਹ ਭੱਠਿਆਂ 'ਤੇ, ਢਾਬਿਆਂ 'ਤੇ, ਫੈਕਟਰੀਆਂ 'ਤੇ ਅਤੇ ਲੋਕਾਂ ਦੇ ਘਰਾਂ 'ਚ ਉਦੋਂ ਜਾ ਕੇ ਕੰਮ ਕਰਨ ਵਾਸਤੇ ਮਜਬੂਰ ਨੇ ਜਦੋਂ ਅਜੇ ਉਸ ਘਰ ਦੇ ਲੋਕ ਸੁੱਤੇ ਹੁੰਦੇ ਨੇ, ਅਤੇ ਉਦੋਂ ਉਹਨਾਂ ਦਾ ਮਾਂ ਪਿਓ ਬੜਾ ਵੱਡਾ ਦਿਲ ਕਰਕੇ ਉਹਨਾਂ ਨੂੰ ਭੇਜਦਾ ਹੈ। ਇਸ ਕਰਕੇ ਉਹ ਸਿੱਖਿਆ ਹਰ ਇੱਕ ਵਾਸਤੇ ਹੈ ਹੀ ਨਹੀਂ। ਫਿਰ ਜਿਸ ਤਰ੍ਹਾਂ ਦੀ ਸਿਸਟਮ ਦਾ ਪ੍ਰਣਾਲੀ ਸਾਡੀ ਬਣ ਗਈ ਹੈ, ਨਿੱਜੀਕਰਨ ਨੂੰ ਜਿਸ ਤਰ੍ਹਾਂ ਉਤਸ਼ਾਹ ਦਿੱਤਾ ਜਾ ਰਿਹਾ ਹੈ, ਬੜੀਆਂ ਹੈਰਾਨਕੁੰਨ ਗੱਲਾਂ ਆਉਂਦੀਆਂ ਨੇ ਕਿ 1950 ਤੋਂ ਬਾਅਦ ਹੀ ਜ਼ੋਰ ਦਿੱਤਾ ਗਿਆ ਕਿ ਵੱਧ ਤੋਂ ਵੱਧ ਸਪੈਸ਼ਲ ਯੂਨੀਵਰਸਿਟੀਆਂ ਬਣਨੀਆਂ ਚਾਹੀਦੀਆਂ ਨੇ। ਜਿਸ ਤਰ੍ਹਾਂ ਐਗਰੀਕਲਚਰ ਯੂਨੀਵਰਸਿਟੀ, ਟੈਕਨੀਕਲ ਯੂਨੀਵਰਸਿਟੀ ਬਣੀ, ਮੈਡੀਕਲ ਯੂਨੀਵਰਸਿਟੀ ਬਣੀ, ਸਪੋਰਟਸ ਬਣੀ, ਲਾਅ ਬਣੀ, ਪਰ ਜਦੋਂ ਨਿੱਜੀਕਰਨ ਯੂਨੀਵਰਸਿਟੀਆਂ ਬਣੀਆਂ ਬੜੀ ਅਜੀਬ ਗੱਲ ਆ। ਬੜੇ ਸੂਝਵਾਨ ਲੋਕ ਆਪਣਾ ਦਰਸ਼ਕਾਂ ਦੀ ਗੱਲ ਕਰਨ ਨੂੰ ਵੀ ਬੜੀ ਯੋਗ ਸਮਝਦਾ ਮੈਂ ਵੀ ਨਿੱਜੀ ਯੂਨੀਵਰਸਿਟੀਆਂ ਦੇ ਵਿੱਚ ਲਾਅ ਵੀ ਪੜ੍ਹਾਇਆ ਜਾਂਦਾ, ਉਹਦੇ 'ਚ ਇੰਜੀਨੀਅਰਿੰਗ ਵੀ ਪੜ੍ਹਾਈ ਜਾਂਦੀ ਹੈ, ਉਹਦੇ 'ਚ ਐਜੂਕੇਸ਼ਨ ਵੀ ਪੜ੍ਹਾਈ ਜਾਂਦੀ ਹੈ,
ਉਹਦੇ 'ਚ ਐਗਰੀਕਲਚਰ ਵੀ ਪੜ੍ਹਾਇਆ ਜਾਂਦਾ ਹੈ ਤੇ ਉਹਦੇ 'ਚ ਹਰ ਤਰ੍ਹਾਂ ਦੀ ਸਿੱਖਿਆ ਜਿਹੜੀ ਹੈ ਉਹ ਦੇਣ ਦਾ ਵਿਵਸਥਾ ਕੀਤੀ ਗਈ, ਜਿਹਦਾ ਇੱਕੋ ਆਬਜੈਕਟਿਵ ਇਹੋ ਹੀ ਹੈ ਕਿ ਵੱਧ ਤੋਂ ਵੱਧ ਸਟੂਡੈਂਟ ਨੂੰ ਇਕੱਠਿਆਂ ਕਰਕੇ ਵੱਧ ਤੋਂ ਵੱਧ ਪੈਸਾ ਜਿਹੜਾ ਉਹ ਜਮ੍ਹਾਂ ਕਰ ਲਿਆ ਜਾਏ। ਸੋ ਇਹੋ ਜਿਹੀ ਪ੍ਰਣਾਲੀ ਜਿਹੜੀ ਹਰ ਇੱਕ ਲਈ ਬਰਾਬਰ ਮੌਕੇ ਪੈਦਾ ਨਹੀਂ ਕਰਦੀ, ਪ੍ਰਣਾਲੀ ਦੋਸ਼ਪੂਰਨ ਬਣਦੀ ਹੈ। ਉਹਨਾਂ ਸੰਸਥਾਵਾਂ ਦੀ ਬਹੁਤਾਤ ਆ। ਪੰਜਾਬ ਦੇ ਵਿੱਚ 127 ਇੰਜੀਨੀਅਰਿੰਗ ਕਾਲਜ ਖੋਲ੍ਹ ਦਿੱਤੇ, ਜਿਨ੍ਹਾਂ 'ਚ ਬਹੁਤਿਆਂ ਕਾਲਜਾਂ 'ਚ 20% ਤੋਂ ਜ਼ਿਆਦਾ ਸਟੂਡੈਂਟ ਹੀ ਨਹੀਂ ਹੈਗੇ। ਟੈਕਨੀਕਲ ਯੂਨੀਵਰਸਿਟੀ ਨੇ ਐਗਰੀਕਲਚਰ ਦੇ ਕਾਲਜ ਖੋਲ੍ਹ ਦਿੱਤੇ ਨੇ। ਕਿੰਨੀ ਅਜੀਬ ਗੱਲ ਹੈ, ਟੈਕਨੀਕਲ ਯੂਨੀਵਰਸਿਟੀ ਐਗਰੀਕਲਚਰ ਕਿਸ ਤਰ੍ਹਾਂ ਦਾ ਮੇਲ ਆ। ਸੋ ਇਹ ਭੈਣ ਜੀ ਦਾ ਜਿਹੜਾ ਯਤਨ ਆ, ਮੈਂ ਮਹਿਸੂਸ ਕਰਨਾ ਬੜਾ ਵੱਡਾ ਮੈਸੇਜ ਆ ਜਿਹੜਾ ਹਿੰਦੁਸਤਾਨ ਲੈਵਲ 'ਤੇ ਸਿਰਫ ਪੰਜਾਬ 'ਚ ਹੀ ਨਹੀਂ, ਇਹ ਜਾਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੀ ਪ੍ਰਣਾਲੀ ਆ, ਇਹ ਕਿਹੋ ਜਿਹੀ ਪ੍ਰਣਾਲੀ ਬਣ ਗਈ ਆ। ਸੋ ਇਹ ਜਿਹੜੀ ਕਿਤਾਬ ਆ, ਮੈਂ ਮਹਿਸੂਸ ਕਰਨਾ ਕਿ ਅਖੀਰ ਬਹੁਤ ਚੰਗੇ ਸਿੱਟੇ ਕੱਢੇਗੀ। ਦੂਸਰੀ ਪੁਸਤਕ ਜੋ ਇੱਕ ਆਦੇਸ਼ ਭਰੀ ਜ਼ਿੰਦਗੀ, ਇਹ ਭੈਣ ਜੀ ਇੰਦਰਜੀਤ ਕੌਰ ਦੀ ਲਾਈਫ ਬਾਰੇ ਆ। ਇਹਦੇ 'ਚ ਸਭ ਤੋਂ ਪਹਿਲੋਂ ਅੱਜ ਤੋਂ ਕੋਈ 3-4 ਸਾਲ ਪਹਿਲੋਂ 4 ਸਾਲ ਪਹਿਲੋਂ ਮੈਂ ਇਹ ਬੁੱਕ ਲਿਖੀ ਸੀ ਇੰਗਲਿਸ਼ 'ਚ। ਉਹਦੀ ਮੈਨੂੰ ਪ੍ਰੇਰਨਾ ਕਿਉਂ ਮਿਲੀ? ਪ੍ਰੇਰਨਾ ਇਸ ਕਰਕੇ ਮਿਲੀ ਕਿ ਅਸੀਂ ਸਧਾਰਨ ਲੋਕ ਹਾਂ। ਮੇਰੇ ਵਰਗੇ ਬੰਦੇ ਦੀ ਤਾਂ ਕੋਈ ਲਾਈਫ ਨਹੀਂ ਲਿਖਦਾ, ਕੋਈ ਕਹਾਣੀ ਨਹੀਂ ਲਿਖਦਾ। ਕਹਾਣੀ ਤਾਂ ਉਹਦੀ ਲਿਖੀ ਜਾਏਗੀ ਜਿਹੜਾ ਕੋਈ ਸਧਾਰਨ ਤੋਂ ਵੱਧ ਕਰਦਾ ਹੈ। ਇਕਬਾਲ ਦਾ ਇੱਕ ਬੜਾ ਸੋਹਣਾ ਸ਼ੇਰ ਆ, ਲੋग कहते हैं ज़माना बदल जाता है, लोग कहते हैं ज़माना बदल जाता है, मर्द वो हैं जो ज़माने को बदलते हैं। ਭਗਤ ਪੂਰਨ ਸਿੰਘ ਵਰਗੇ ਜ਼ਮਾਨੇ ਨੂੰ ਬਦਲਣ ਵਾਲੇ ਲੋਕ ਸਨ। ਇੱਕ ਹੋਰ ਇੱਕ ਕਵੀ ਦੀ ਲਾਈਨ ਆ, ਮੌਸਮ ਤੇ ਨਹੀਂ ਬਦਲੇ, ਮੌਸਮ ਤੇ ਨਹੀਂ ਬਦਲੇ, ਦੁਨੀਆ ਨਹੀਂ ਬਦਲੀ, ਪਰ ਤੇਰੀ ਨਜ਼ਰ ਨਾਲ ਮੇਰੀ ਦੁਨੀਆ ਬਦਲ ਗਈ। ਇਹ ਨਜ਼ਰ ਸੀ ਭਗਤ ਪੂਰਨ ਸਿੰਘ ਵਰਗਿਆਂ ਦੀ, ਜਿਨ੍ਹਾਂ ਨੇ ਕਈਆਂ ਜ਼ਿੰਦਗੀਆਂ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ। ਸੋ ਮੈਨੂੰ ਇਹ ਪ੍ਰੇਰਨਾ ਕਿਉਂ ਮਿਲੀ? ਭੈਣ ਜੀ ਨੇ, ਮੈਂ ਇੱਕ ਵਾਰੀ ਪਾਕਿਸਤਾਨ ਗਿਆ ਅਤੇ ਮੈਨੂੰ ਕਿਹਾ ਕਿ ਉੱਥੇ ਈਦੀ ਸਾਹਿਬ ਨੇ ਬੜੇ ਵੱਡੇ ਈਦੀ ਫਾਊਂਡੇਸ਼ਨ ਆ, ਜਿਨ੍ਹਾਂ ਦੇ 200 ਹਸਪਤਾਲ ਨੇ ਸਾਰੇ ਪਾਕਿਸਤਾਨ 'ਚ, 700 ਵੈਨਾਂ ਨੇ, ਉਹਨਾਂ ਦੇ 3-4 ਹਵਾਈ ਜਹਾਜ਼ ਨੇ, ਬੜਾ ਕੁਛ ਹੈ। ਮੈਂ ਉਹਨਾਂ ਨੂੰ ਮਿਲਿਆ, ਮੈਨੂੰ ਮਿਲ ਕੇ ਇੰਨੀ ਸ਼ਾਂਤੀ ਮਿਲੀ ਉਸ ਆਦਮੀ ਨੂੰ, ਉਹਦੇ ਸਾਥੀਆਂ ਨੂੰ ਮਿਲ ਕੇ ਮੈਂ ਉਹਨਾਂ ਦੇ ਚਿਹਰੇ ਅਜੇ ਤੱਕ ਮੈਨੂੰ ਯਾਦ ਨੇ। ਉਹਨਾਂ ਨੇ ਜਿਹੜਾ ਲਿਬਾਸ ਸੀ ਸਾਦਾ, ਉਹਨਾਂ ਦੀ ਗੱਲਬਾਤ, ਉਹਨਾਂ ਦੀਆਂ ਵੱਖੋ ਗੱਲਾਂ, ਉਹਨਾਂ ਦੀ ਅੱਖਾਂ ਦੇ ਵਿੱਚ ਸ਼ਰਾਫਤ ਅਤੇ ਹਮਦਰਦੀ, ਉਹ ਮੇਰੇ ਦਿਲ 'ਚ ਉਕਰ ਗਈ। ਅਤੇ ਆਉਣ ਲੱਗਿਆ ਮੈਨੂੰ ਉਹਨਾਂ ਨੇ ਇੱਕ ਕਿਤਾਬ ਦਿੱਤੀ ਜਿਹੜੀ ਪਾਕਿਸਤਾਨ ਦੀ ਬੜੀ ਮਸ਼ਹੂਰ ਰਾਈਟਰ ਹੈ ਤਹਮੀਨਾ ਦੁਰਾਨੀ ਨੇ ਲਿਖੀ ਸੀ ਕਿ ਇਹ ਜੀ ਤੁਸੀਂ ਜਾ ਕੇ ਵੇਖਿਓ ਅਤੇ ਇਹ ਜੇ ਹੋ ਸਕੇ ਤਾਂ ਇਹਦਾ ਉਲਸਾ ਕਰਕੇ ਇਹਦੀ ਛਪਵਾਇਓ। ਯਕੀਨ ਮੰਨਿਓ, ਮੈਂ ਕਰਾਚੀ ਤੋਂ ਦਿੱਲੀ ਤੱਕ ਜਹਾਜ਼ 'ਚ ਆਉਂਦਿਆਂ ਹੀ ਉਹਦੇ 30-40 ਪੇਜ ਪੜ੍ਹੇ ਅਤੇ ਜਿਵੇਂ ਨਾਵਲ ਹੁੰਦਾ ਹੈ, ਇੰਨੀ ਸੋਹਣੀ ਲੱਗੀ। ਮੈਂ ਭੈਣ ਜੀ ਨੂੰ ਆ ਕੇ ਦਿੱਤੀ ਕਿਤਾਬ। ਭੈਣ ਜੀ ਨੇ ਮੈਨੂੰ ਬੜਾ ਉਤਸ਼ਾਹ ਕੀਤਾ, ਕਹਿੰਦੇ ਇਹਨੂੰ ਛਾਪ, ਇਹਨੂੰ ਨਾ ਤੂੰ ਕਰ, ਉਲਥਾ ਕਰ, ਇਹਦਾ ਅਨੁਵਾਦ ਕਰ, ਮੈਂ ਛਾਪਾਂਗੇ। ਛਪੀ ਉਹ ਕਿਤਾਬ ਨਾਲ ਮੇਰੀ ਪਛਾਣ ਵੀ ਬਣੀ। ਮੈਨੂੰ ਇਹ ਵੀ ਯਾਦ ਆ, ਮੈਂ ਇੱਕ ਦਫ਼ਤਰ 'ਚ ਗਿਆ, ਇੱਕ ਆਦਮੀ ਹੋਰ ਵੀ ਬੈਠਾ ਸੀ। ਅਖਬਾਰਾਂ ਵਾਲਿਆਂ ਨੇ ਕੀ ਲਿਖਿਆ ਕਿ ਇਹ ਕਿਤਾਬ ਜਿਹੜੀ ਹੈ ਇਹ ਪਾਕਿਸਤਾਨ ਦੇ ਭਗਤ ਪੂਰਨ ਸਿੰਘ ਦੀ ਕਿਤਾਬ ਆ, ਪਾਕਿਸਤਾਨ ਦੇ ਭਗਤ ਪੂਰਨ ਸਿੰਘ ਦੀ ਕਿਤਾਬ ਆ। ਅਤੇ ਜਦੋਂ ਮੈਂ ਦਫ਼ਤਰ 'ਚ, ਇੱਕ ਆਦਮੀ ਬੈਠਾ ਸੀ ਮੇਰੇ ਲਾਗੇ, ਗੱਲਾਂ ਕਰਕੇ ਬਾਹਰ ਨਿਕਲਿਆ, ਤਾਂ ਫਿਰ ਮੁੜ ਕੇ ਆ ਗਿਆ ਅਤੇ ਮੈਨੂੰ ਆ ਕੇ ਕਹਿੰਦਾ, ਤੁਸੀਂ ਕਿਤੇ ਈਦੀ ਸਾਹਿਬ ਵਾਲੇ ਸ਼ੀਨਾ 'ਤੇ ਨਹੀਂ? ਮੈਂ ਕਿਹਾ ਮੈਂ ਉਹੀ ਇੱਦਾਂ। ਸੋ ਮੇਰੀ ਪਹਿਚਾਣ ਬਣਾ ਦਿੱਤੀ ਉਸ ਕਿਤਾਬ ਨੇ। ਪਰ ਬਾਅਦ 'ਚ ਮੈਂ ਆਪਣੇ ਆਪ ਨੂੰ ਗਿਲਟੀ ਮਹਿਸੂਸ ਕੀਤਾ, ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕੀਤਾ। ਉਹ ਮੈਂ ਭਾਰਤ ਦੀ ਈਦੀ ਦੀ ਤਾਂ ਕਿਤਾਬ ਲਿਖੀ ਨਹੀਂ, ਅਤੇ ਪਾਕਿਸਤਾਨ ਦੀ ਈਦੀ ਦੀ ਮੈਂ ਕਿਤਾਬ ਲਿਖ ਦਿੱਤੀ ਆ। ਫਿਰ ਮੈਂ ਉਹ ਲਿਖੀ ਭੈਣ ਜੀ ਕੋਲ ਪਰਮਿਸ਼ਨ ਲੈ ਕੇ। ਪਰ ਉਹਦੇ 'ਚ ਉਹ ਗੱਲਾਂ ਲਿਖੀਆਂ ਜਿਹੜੀਆਂ ਰਿਕਾਰਡ ਹੋਣੀਆਂ ਜ਼ਰੂਰੀ ਸਨ। ਮੈਂ 1-2 ਗੱਲਾਂ ਹੀ ਸਿਰਫ ਜ਼ਿਕਰ ਕਰਾਂਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੈ ਲਿਆ। ਇੱਕ ਗੱਲ ਸੀ ਕਿ ਇੱਕ ਸਰਕਾਰ ਦਾ ਅਫਸਰ ਆਇਆ ਇੱਥੇ, ਕਿਉਂਕਿ ਕਰਮਚਾਰੀਆਂ ਨੂੰ ਇਹ ਗੁੰਮਰਾਹ ਕੀਤਾ ਜਾ ਰਿਹਾ ਸੀ ਕਿ ਸਾਰਾ ਹੀ ਜਿਹੜਾ ਪਿੰਗਲਵਾੜਾ ਇਹ ਸਰਕਾਰ ਲੈ ਲਏਗੀ ਅਤੇ ਤੁਸੀਂ ਸਾਰੇ ਸਰਕਾਰੀ ਮੁਲਾਜ਼ਮ ਬਣ ਜਾਓਗੇ, ਤੁਹਾਡੀਆਂ ਤਨਖਾਹਾਂ 'ਚ ਬੜੇ ਵਾਧੇ ਹੋ ਜਾਣਗੇ, ਤੁਹਾਡੇ ਭੱਤੇ ਵਗੈਰਾ ਬਹੁਤ ਵੱਧ ਜਾਣਗੇ। ਭੈਣ ਜੀ ਨੂੰ ਬੁਲਾਇਆ ਗਿਆ ਅਤੇ ਬੜਾ ਸਰਕਾਰੀ ਅਫਸਰ ਸੀ ਜਿਹੜਾ, ਉਹ ਕਹਿੰਦਾ, ਬੀਬੀ ਜੀ ਇਹਨਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ? ਹੁਣ ਕੋਈ ਵੀ ਉੱਥੇ ਮਰਦ ਹੁੰਦਾ ਅਤੇ ਡੋਲ ਜਾਂਦਾ ਜਾਂ ਕਿਹੋ ਜਿਹਾ ਜਵਾਬ ਦਿੰਦਾ, ਅਤੇ ਬੀਬੀ ਜੀ ਦਾ ਜਵਾਬ ਇਹ ਸੀ, ਮੈਂ ਗੁੰਮਰਾਹ ਨਹੀਂ ਕਰ ਰਹੀ, ਤੂੰ ਗੁੰਮਰਾਹ ਕਰ ਰਿਹਾ। ਹਿੰਦੁਸਤਾਨ 'ਚ ਕੋਈ ਇੱਦਾਂ ਦੀ ਇੰਸਟੀਟਿਊਸ਼ਨ ਹੈਗੀ ਆ
ਜਿਹੜੀ ਸਰਕਾਰ ਚਲਾਉਂਦੀ ਹੋਏ ਕਰਾ ਦੇ, ਅੱਜ ਹੀ ਕਰਵਾ ਦੇ। ਇਹਨੂੰ ਕਿਉਂ ਗੁੰਮਰਾਹ ਕਰ ਰਿਹਾ ਇਹਨਾਂ ਨੂੰ? ਕਿ ਉਹਨੂੰ ਜਵਾਬ ਨਹੀਂ ਆਇਆ ਤੇ ਸ਼ਰਮਿੰਦਾ ਹੋ ਕੇ ਬਾਹਰ ਚਲਾ ਗਿਆ। ਇੱਥੇ ਜਦੋਂ ਇਹਨਾਂ ਨੇ ਆਰਟੀਫਿਸ਼ਲ ਲਿੰਬ ਸੈਂਟਰ ਖੋਲ੍ਹਿਆ ਤੇ ਜਰਮਨੀ ਦੇ ਅੰਬੈਸਡਰ ਨੂੰ ਅਸੀਂ ਰਿਕੁਐਸਟ ਕੀਤੀ ਕਿ ਤੁਸੀਂ ਆ ਕੇ ਉਦਘਾਟਨ ਕਰੋ। ਉਹਨੇ ਕਿਹਾ ਮੈਂ ਤਾਂ ਨਹੀਂ ਆ ਸਕਦਾ, ਡਿਪਟੀ ਅੰਬੈਸਡਰ ਆਏਗਾ। ਮੈਨੂੰ ਉਹਨੂੰ ਟੈਲੀਫੋਨ 'ਤੇ ਮਿਲ ਨਹੀਂ ਸਕਦੇ। ਭੈਣ ਜੀ ਨੇ ਮੇਰੀ ਡਿਊਟੀ ਲਾਈ ਕਿ ਉਹਨਾਂ ਨੂੰ ਤੁਸੀਂ ਵੇਖਿਓ ਜਰਾ, ਉਹਨਾਂ ਦੀ ਲੁੱਕ ਆਫਟਰ ਕਰਿਓ। ਅਤੇ ਮੈਂ ਹੋਟਲ ਦਾ ਇੰਤਜ਼ਾਮ ਕਰਦਾ ਫਿਰਾਂ ਅਤੇ ਅਖੀਰ ਮੇਰੀ ਜਦੋਂ ਗੱਲ ਹੋਈ ਉਹਦੇ ਨਾਲ ਅਤੇ ਮੈਂ ਹੈਰਾਨ ਰਹਿ ਗਿਆ ਉਹਦੀ ਸਿੰਪਲੀਸਿਟੀ ਤੋਂ। ਕਹਿੰਦਾ ਮੈਂ ਸ਼ਤਾਬਦੀ 'ਤੇ ਆਵਾਂਗਾ ਅਤੇ ਸ਼ਾਮ ਨੂੰ ਵਾਪਸ ਚਲ ਜਾਵਾਂਗਾ। ਆਇਆ, ਇੱਥੇ ਲੰਗਰ ਛਕਿਆ, ਉਦਘਾਟਨ ਕੀਤਾ ਅਤੇ ਵਾਪਸ ਚਲਾ ਗਿਆ। ਅਤੇ ਉਹ ਆਰਟੀਫਿਸ਼ਲ ਸੈਂਟਰ ਜਿਹੜਾ ਬਣਿਆ ਹੈ, ਮੈਂ ਕੱਲ੍ਹ ਮਾਨਕ ਸਾਹਿਬ ਆਪਣੇ ਅਜੀਤ ਦੇ ਐਡੀਟਰ ਸਾਹਿਬ ਨੂੰ ਦੱਸਿਆ, ਮੈਂ ਕਿਹਾ ਯਾਰ ਮੈਂ ਬੜੀ ਦੁਨੀਆ ਫਿਰੀ ਆ, ਦੁਨੀਆ ਸਾਰੀ 'ਚ ਇਹੋ ਜਿਹਾ ਸੈਂਟਰ ਨਹੀਂ ਮੈਂ ਵੇਖਿਆ ਜਿੱਥੇ ਮੁਫਤ ਆਰਟੀਫਿਸ਼ਲ ਲਿੰਬ ਲੱਗਦੇ ਹੋਣ, ਜਿੱਥੇ ਮੁਫਤ ਆਪਣਾ ਦਵਾਈਆਂ ਦਿੱਤੀਆਂ ਜਾਣ ਹੋਣ, ਜਿੱਥੇ ਅਟੈਂਡੈਂਟ ਦਾ ਵੀ ਨਾਲ ਖਰਚ ਦਿੱਤਾ ਜਾਂਦਾ ਹੋਏ। ਸੋ ਇਹ ਬਹੁਤ ਵੱਡੀਆਂ ਗੱਲਾਂ ਸਨ ਜਿਹੜੀਆਂ ਰਿਕਾਰਡ ਕਰਨੀਆਂ ਜ਼ਰੂਰੀ ਸਨ। ਅਤੇ ਜਿੱਦਣ ਅਸੀਂ ਇਹ ਕਿਤਾਬ ਰਿਲੀਜ਼ ਕੀਤੀ ਅਤੇ ਇੱਕ ਦੋ ਬੁਲਾਰਿਆਂ ਨੇ ਗੱਲ ਕਹੀ ਸੀ ਕਿ ਛੇਤੀ ਇਹ ਕਿਤਾਬ ਨਾ ਦੁਬਾਰਾ ਹੋਰਨਾਂ ਜ਼ਬਾਨਾਂ 'ਚ ਵੀ ਟਰਾਂਸਲੇਟ ਹੋਏਗੀ। ਪਹਿਲੋਂ ਇੱਕ ਲੇਡੀ ਡਾਕਟਰ ਇੰਦਰਜੀਤ ਕੌਰ ਨੇ, ਉਹਨਾਂ ਦਾ ਨਾਂ ਉਹਨਾਂ ਨੇ ਹਿੰਦੀ 'ਚ ਉਹਨਾਂ ਨੇ ਕੀਤਾ। ਉਹਦਾ ਟਾਈਟਲ ਕੀ ਰੱਖਿਆ? ਇੱਕ ਵੀਰਾਂਗਨਾ ਕੀ ਕਥਾ, ਇੱਕ ਬਰੇਵ ਲੇਡੀ, ਬਹਾਦਰ ਲੇਡੀ ਦੀ ਕਹਾਣੀ। ਅਤੇ ਉਹਦੇ ਬਾਅਦ ਅੱਜ ਇਹ ਕਿਤਾਬ ਬੀਬੀ ਧਾਰੀਵਾਲ ਨੇ, ਮੈਂ ਨਾਂ ਹੀ ਉਹਦਾ ਭੁੱਲ ਗਿਆ, ਬੀਬੀ ਧਾਰੀਵਾਲ ਬੜੇ ਅੱਛੇ ਰਾਈਟਰ ਨੇ, ਬੜੀਆਂ ਕਿਤਾਬਾਂ ਵੀ ਉਹਨਾਂ ਲਿਖੀਆਂ ਨੇ। ਅਤੇ ਆਪਣਾ ਜਿਹੜੇ ਅਖਬਾਰ ਟ੍ਰਿਬਿਊਨ ਦੇ ਐਡੀਟਰ ਨੇ, ਉਹਨਾਂ ਦੀ ਭੈਣ ਲੱਗਦੇ ਨੇ, ਉਹਨਾਂ ਨੇ ਕਿਤਾਬ ਲਿਖੀ ਹੈ ਅਤੇ ਬੜਾ ਚੰਗਾ ਲੱਗਾ। ਅਤੇ ਇਹਦੇ 'ਚ ਉਹਨਾਂ ਦੀ ਤਾਂ ਬੜੀ ਵੱਡੀ ਕੰਟਰੀਬਿਊਸ਼ਨ, ਉਹਨਾਂ ਦੇ ਹਸਬੈਂਡ ਦੀ ਵੀ ਕੰਟਰੀਬਿਊਸ਼ਨ ਹੈ। ਮੈਨੂੰ ਯਾਦ ਹੈ ਜਦੋਂ ਬੜੀ ਧੁੰਦ ਪਈ ਹੁੰਦੀ ਸੀ ਉਦੋਂ ਵੀ ਉਹ ਮੇਰੇ ਘਰ ਸਕੂਟਰ 'ਤੇ ਆਉਂਦੇ ਹੁੰਦੇ ਹਨ ਖਰੜਾ ਲੈ ਕੇ, ਅਤੇ ਜਦੋਂ ਬੜੀ ਗਰਮੀ ਹੁੰਦੀ ਸੀ ਉਦੋਂ ਵੀ ਆਉਂਦੇ ਸਨ। ਡਾਕਟਰ ਕਸ਼ਮੀਰ ਸਿੰਘ ਦੀ ਬੜੀ ਵੱਡੀ, ਉਹਨਾਂ ਦੇ ਹਸਬੈਂਡ ਦੀ ਵੀ ਇਹਦੇ ਵਿੱਚ ਯੋਗਦਾਨ ਆ। ਸੋ ਇਹਦੇ 'ਚ ਥੋੜ੍ਹੀ ਜਿਹੀ ਤਰੁਟੀ ਰਹਿ ਗਈ ਹੈ, ਉਹ ਮੈਂ ਬਾਬਾ ਜੀ ਨੂੰ ਕਿਹਾ ਠੀਕ ਕਰਾਵਾਂਗੇ। ਟਾਈਟਲ ਪੇਜ 'ਤੇ ਉਹਨਾਂ ਦਾ ਨਾਂ ਨਹੀਂ ਆਇਆ, ਉਹ ਟਾਈਟਲ ਪੇਜ 'ਤੇ ਨਾਮ ਵੀ ਉਹਨਾਂ ਦਾ ਆਉਣਾ ਚਾਹੀਦਾ। ਸੋ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ। ਅਗਲੀ ਪੁਸਤਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ। ਇਸ ਦੇ ਸੰਪਾਦਕ ਹਨ ਸਰਦਾਰ ਮੁਖਤਾਰ ਸਿੰਘ ਗੁਰਾਇਆ ਜੀ। ਇਸ ਕਿਤਾਬ ਦਾ ਸਾਰੰਸ਼ ਸਰਦਾਰ ਜਸਬੀਰ ਸਿੰਘ ਜੀ ਆਪ ਦੇ ਸਨਮੁਖ ਰੱਖਣ ਜਾ ਰਹੇ ਹਨ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਯੁਗ ਪੁਰਸ਼ ਭਗਤ ਪੂਰਨ ਸਿੰਘ ਜੀ ਦੀ 27ਵੀਂ ਬਰਸੀ ਮਨਾ ਰਹੇ ਹੋ, ਜਿੱਥੇ ਮੇਰੇ ਤੋਂ ਪਹਿਲਾਂ ਬਹੁਤ ਹੀ ਵਧੀਆ ਵਿਦਵਾਨਾਂ ਨੇ ਤੁਹਾਡੇ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਮੈਂ ਕੋਈ ਵਿਦਵਾਨ ਨਹੀਂ, ਮੈਂ ਪਹਿਲਾਂ ਹੀ ਬੇਨਤੀ ਕਰ ਦੇਵਾਂ। ਸੋ ਮੈਨੂੰ ਸੇਵਾ ਮਿਲੀ ਹੈ ਬੀਬੀ ਜੀ ਵੱਲੋਂ ਸਚਿੱਤਰ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸਰਬ ਸਾਂਝੇ ਮਾਰਗ ਦਰਸ਼ਕ। ਇਹ ਪੁਸਤਕ ਨੂੰ ਸਰਦਾਰ ਮੁਖਤਾਰ ਸਿੰਘ ਜੀ ਗੁਰਾਇਆ ਸਾਹਿਬ ਨੇ ਲਿਖਿਆ ਹੈ। ਇਹਨਾਂ ਦੀ ਇੱਕ ਪਹਿਲੀ ਪੁਸਤਕ ਮੈਂ 10 ਪਾਤਸ਼ਾਹੀਆਂ ਦਾ ਜੀਵਨ ਉਹ ਵੀ ਪੜ੍ਹੀ ਸੀ। ਔਰ ਜਿਹੜੀ ਇਹ ਪੁਸਤਕ ਲਿਖਦੇ ਆ ਉਹਦੇ 'ਚ ਸਭ ਤੋਂ ਜਿਹੜੀ ਨਵੇਕਲੀ ਗੱਲ ਹੈ ਇਹ ਵਾਲੀ ਹੈ ਕਿ ਪਹਿਲਾਂ ਤੁਸੀਂ ਭਾਈ ਬਾਲੇ ਵਾਲੀ ਸਾਖੀ ਪੜ੍ਹੀ ਹੋਣੀ ਹੈ, ਹੋਰ ਵਿਦਵਾਨਾਂ ਨੇ ਸਾਖੀਆਂ ਲਿਖੀਆਂ ਹੈ। ਸਾਖੀਆਂ ਉਹੀ ਰਹਿਣੀਆਂ, ਗੁਰੂ ਜੀ ਦਾ ਜੀਵਨ ਉਹੀ ਰਹਿਣਾ। ਪਰ ਜਿਹੜੀ ਵਿੱਚ ਗੱਲ ਖਾਸ ਕਰਕੇ ਲਿਖੀ ਹੈ ਕਿ ਅੱਜ ਕੱਲ੍ਹ ਦੇ ਸਾਡੇ ਬੱਚੇ ਜਿਹੜੇ ਟੈਕਨੋਲੋਜੀ ਵੱਲ ਜ਼ਿਆਦਾ ਭੱਜ ਬੈਠੇ ਆ। ਔਰ ਇੱਕ ਗੱਲ ਆਪਾਂ ਛੋਟੇ ਹੁੰਦੇ ਸੁਣਦੇ ਹੁੰਦੇ ਸਾਂ ਕਿ ਮਾਵਾਂ ਨੇ ਪੁੱਤ ਨਹੀਂ ਸਾਂਭਣੇ। ਅੱਜ ਸੱਚਮੁੱਚ ਮਾਵਾਂ ਆਪਣੇ ਪੁੱਤ ਨਹੀਂ ਸਾਂਭ ਰਹੀਆਂ। ਹਰ ਕੋਈ ਪੈਸੇ ਦੇ ਪਿੱਛੇ ਭੱਜ ਰਿਹਾ ਹੈ। ਔਰ ਜਿਹੜੀਆਂ ਮਾਤਾਵਾਂ, ਜਿਹੜੀਆਂ ਦਾਦੀਆਂ, ਜਿਹੜੀਆਂ ਨਾਨੀਆਂ ਦੀ ਇੱਕ ਡਿਊਟੀ ਹੁੰਦੀ ਸੀ ਸ਼ਾਮਾਂ ਨੂੰ ਬੈਠ ਕੇ ਪੋਤਰੇ ਨੂੰ ਪੋਤਰੀ ਨੂੰ ਗੋਦੀ 'ਚ ਲੈ ਕੇ ਉਹਨੂੰ ਇਤਿਹਾਸ ਸੁਣਾਉਣਾ ਅਤੇ ਬੱਚਿਆਂ ਕੋਲੋਂ ਫਿਰ ਸੁਣਨਾ ਵੀ ਅਤੇ ਕੋਈ ਲਾਲਚ ਦੇਣੇ ਛੋਟੇ ਛੋਟੇ। ਉਹਦੇ ਕਰਕੇ ਉਹਨਾਂ ਨੂੰ ਇਹ ਸਾਖੀਆਂ ਯਾਦ ਹੋ ਜਾਇਆ ਕਰਦੀਆਂ ਸਨ
ਔਰ ਸਾਡੇ 'ਚ ਜਿਹੜੀ ਪੰਥ ਪ੍ਰਤੀ ਜਿਹੜੀ ਸਾਡੀ ਹਮਦਰਦੀ ਸੀ, ਪੰਥ ਪ੍ਰਤੀ ਜਿਹੜੀ ਆਪਣਾ ਵਰਤਾਓ ਸੀ, ਬੜਾ ਵਧੀਆ ਹੋਇਆ ਕਰਦਾ ਸੀ। ਅੱਜ ਉਹ ਵਾਲਾ ਸਮਾਂ ਜਿਹੜਾ ਸਾਡੇ ਹੱਥੋਂ ਖੁੰਝ ਗਿਆ ਹੈ, ਉਹ ਸਮਾਂ ਅੱਜ WhatsApp ਨੇ ਲੈ ਲਿਆ ਹੈ, ਉਹ ਸਮਾਂ TV ਦੇ ਗੰਦੇ ਮੰਦੇ ਸੀਰੀਅਲਾਂ ਨੇ ਲੈ ਲਿਆ ਹੈ। ਈਵਨ ਬੱਚੇ ਨਹੀਂ, ਦਾਦੀਆਂ ਖੁਦ ਵਿੱਚ ਬੈਠ ਕੇ ਉਹ ਜਿਹੜੇ ਸੀਰੀਅਲ ਦੇਖਦੀਆਂ ਤੇ ਆਪਣੇ ਬੱਚਿਆਂ ਨੂੰ ਦਿਖਾਉਂਦੀਆਂ ਨੇ। ਮੇਰੇ ਹਿਸਾਬ ਨਾਲ ਸੀਰੀਅਲ ਤੇ ਬਹੁਤ ਦੂਰ ਦੀ ਗੱਲ, ਜਿਹੜੀ ਉਹਦੀ ਐਡਵਰਟਾਈਜ਼ਮੈਂਟ ਆਉਂਦੀਆਂ ਨੇ, ਆਪਾਂ ਤੇ ਉਹ ਵੀ ਆਪਣੀ ਬੱਚਿਆਂ ਦੇ ਵਿੱਚ ਬੈਠ ਕੇ ਨਹੀਂ ਵੇਖ ਸਕਦੇ। ਇਸ ਪੁਸਤਕ ਦਾ ਮੁੱਖ ਮੰਤਵ ਜਿਹੜਾ ਹੈ ਉਹ ਇਹ ਵਾਲਾ ਹੈ ਕਿ ਇਸ ਸਾਖੀਆਂ ਦੇ ਵਿੱਚ ਜਿਹੜੀ ਮੈਂ ਗੱਲ ਨਵੇਕਲੀ ਗੱਲ ਕੀ ਹੈਗੀ ਹੈ ਕਿ ਇਹਨਾਂ ਸਾਖੀਆਂ ਨੂੰ ਬੜਾ ਸੰਖੇਪ ਦੇ ਵਿੱਚ ਲਿਖਿਆ ਹੈ ਔਰ ਬੱਚਿਆਂ ਨੂੰ ਭਾਸ਼ਾ ਸਮਝ ਆ ਜਾਵੇ ਉਹਦੇ ਕਰਕੇ ਉਹ ਸਰਲ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ। ਤੇ ਜਿਹੜੀ ਨਾਲ ਇੱਕ ਹੋਰ ਸਭ ਤੋਂ ਵਧੀਆ ਤੇ ਉੱਤਮ ਗੱਲ ਹੈ, ਕਿਉਂਕਿ ਮੈਂ ਛੋਟੇ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਦੀ ਇੱਕ ਪੜ੍ਹੀ ਸੀ ਜਿਸ ਲਿਖਿਆ ਸੀ ਛੋਟੀਆਂ ਜਿੰਦਾਂ ਵੱਡੇ ਸਾਕੇ। ਉਹਦੇ 'ਚ ਇਸੇ ਤਰ੍ਹਾਂ ਇੱਕ ਪਾਸੇ ਚਿੱਤਰ ਬਣਿਆ ਹੁੰਦਾ ਸੀ, ਇੱਕ ਪਾਸੇ ਉਹਦੇ ਨਾਲ ਲਿਖਿਆ ਹੁੰਦਾ ਸੀ ਕਿ ਸਾਹਿਬਜ਼ਾਦੇ ਕੀ ਕਰਨ ਚੱਲੇ ਨੇ। ਸੋ ਇਹਦੇ ਵਿੱਚ ਵੀ ਜਿਹੜਾ ਗੁਰਾਇਆ ਸਾਹਿਬ ਨੇ ਸਾਖੀਆਂ ਲਿਖੀਆਂ, ਛੋਟੀਆਂ ਛੋਟੀਆਂ ਸੰਖੇਪ ਕਰਕੇ ਲਿਖੀਆਂ, ਬੱਚਿਆਂ ਦੀ ਭਾਸ਼ਾ ਦੇ ਵਿੱਚ ਲਿਖੀਆਂ, ਤੇ ਨਾਲ ਦੇ ਨਾਲ ਇੱਕ ਪਾਸੇ ਇੱਥੇ ਸਾਡੇ ਬੜੇ ਹੋਣਹਾਰ ਚਿੱਤਰਕਾਰ ਨੇ ਸ਼੍ਰੀ ਰਾਜ ਸਿੰਘ ਪਾਲ, ਉਹਨਾਂ ਨੇ ਸੇਮ ਉਸੇ ਤਰ੍ਹਾਂ ਹੀ ਚਿੱਤਰ ਦੇ ਵਿੱਚ, ਜੇ ਤੁਸੀਂ ਸਾਖੀ ਨਹੀਂ ਵੀ ਪੜ੍ਹੋਗੇ ਨਾ ਤੇ ਉਹ ਚਿੱਤਰ ਤੋਂ ਹੀ ਤੁਹਾਨੂੰ ਸਮਝ ਆ ਜਾਣਾ ਹੈ ਕਿ ਇਹਦੇ 'ਚ ਕੀ ਕਿਹਾ ਗਿਆ। ਇਹਦੇ 'ਚ ਗੁਰੂ ਨਾਨਕ ਦੇਵ ਜੀ ਦੀ ਆਰੰਭਤਾ ਦੇ ਵਿੱਚ ਉਹਨਾਂ ਦੇ ਇਸ ਸੰਸਾਰ ਦੇ ਵਿੱਚ ਜਗਤ ਤਾਰਨ ਦੇ ਆਉਣ ਤੋਂ ਪਹਿਲਾਂ ਜਿਹੜੀ ਸੰਸਾਰ ਦੀ ਦਸ਼ਾ ਸੀ ਉਹ ਲਿਖੀ ਗਈ ਆ ਕਿ ਕਿਵੇਂ ਦਾ ਇੱਥੇ ਮਾਹੌਲ ਸੀ। ਮੌਲਵੀ ਜਿਹੜੇ ਇੱਥੋਂ ਦੇ ਸਾਡੇ ਧਰਮ ਦੇ ਆਗੂ ਸੀ ਉਹ ਕਿਵੇਂ ਚਰਿੱਤਰਹੀਣ ਹੋ ਗਏ ਸਨ, ਕਿਵੇਂ ਵੱਢੀ ਖੋਰ ਹੋ ਗਏ ਸਨ, ਕਿਵੇਂ ਔਰਤਾਂ ਦਾ ਆਪਣਾ ਚਰਿੱਤਰ ਵੀ ਗਿਰ ਗਿਆ ਸੀ। ਸ਼ਾਇਦ ਅੱਜ ਸੇਮ ਐਜ਼ ਇਟ ਇਜ਼ ਉਸੇ ਤਰ੍ਹਾਂ ਦਾ ਮਾਹੌਲ ਬਣ ਚੁੱਕਾ ਹੈ। ਇਸੇ ਤਰ੍ਹਾਂ ਹੀ ਇਹਦੇ 'ਚ 47 ਸਾਖੀਆਂ ਹੋਰ ਲਿਖੀਆਂ ਗਈਆਂ ਨੇ। ਇਹਦੇ 'ਚ ਜਿਹੜੀ ਮੱਝਾਂ ਦਾ ਛੇੜੂ, ਭਾਈ ਮਰਦਾਨਾ ਨਾਲ ਮਿਲਾਪ, ਸੱਚਾ ਸੌਦਾ, ਵੈਦ ਬੁਲਾਉਣਾ, ਖਾਸ ਕਰਕੇ 13ਵੀਂ ਸਾਖੀ ਦੇ ਵਿੱਚ ਜਦੋਂ ਗੁਰੂ ਜੀ ਵੇਈਂ ਦੇ ਵਿੱਚ ਅਲੋਪ ਹੁੰਦੇ ਨੇ ਤੇ ਰੱਬੀ ਸੰਦੇਸ਼ ਲੈ ਕੇ ਆਉਂਦੇ ਨੇ ਤੇ ਨਾਲ ਹੀ ਇਹ ਨਾਅਰਾ ਦਿੰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਸੋ ਇਸ ਤਰ੍ਹਾਂ ਇਹਨਾਂ ਕਿਤਾਬਾਂ ਨੂੰ, ਇਸ ਕਿਤਾਬ ਨੂੰ ਖਾਸ ਕਰਕੇ ਜਿਹੜਾ ਜੇਕਰ ਅਸੀਂ ਆਪਣੇ ਘਰ ਵਿੱਚ ਲੈ ਕੇ ਜਾਂਦੇ ਹਾਂ, ਆਪਣੇ ਬੱਚਿਆਂ ਦੇ ਨਾਲ ਬੈਠ ਕੇ ਪੜ੍ਹਦੇ ਹਾਂ, ਤੇ ਮੇਰੇ ਹਿਸਾਬ ਦੇ ਨਾਲ ਅਸੀਂ ਸ਼ਾਇਦ ਉਹ ਵਾਲਾ ਮਾਹੌਲ ਫਿਰ ਸਿਰਜ ਸਕੀਏ। ਤੇ ਜਿਹੜਾ ਅੱਜ ਅਸੀਂ ਰੋਣਾ ਰੋ ਰਹੇ ਹਾਂ ਕਿ ਸਾਡੇ ਬੱਚੇ ਜਿਹੜੇ ਨਿਘਾਰ ਵੱਲ ਜਾ ਰਹੇ ਨੇ, ਸਾਡੇ ਬੱਚੇ ਪਤਿੱਤਪੁਣੇ ਵੱਲ ਜਾ ਰਹੇ ਨੇ, ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਹੋ ਗਿਆ ਜੇ ਹੋ ਗਿਆ, ਸੋ ਉਹਦੇ ਤੋਂ ਆਪਾਂ ਬਚ ਸਕਦੇ ਹਾਂ। ਇਹ ਦਿਲੋਂ ਆਪ ਜੀ ਨੂੰ ਬੇਨਤੀ ਹੈ, ਜ਼ੋਰਦਾਰ ਅਪੀਲ ਹੈ ਕਿ ਆਪਾਂ ਸਾਰੇ ਇਸ ਕਿਤਾਬ ਨੂੰ ਹਰ ਘਰ ਤੱਕ ਲੈ ਕੇ ਜਾਣਾ ਹੈ। ਸਿਰਫ ਲੈ ਕੇ ਹੀ ਨਾ ਜਾਇਓ, ਪੜ੍ਹ ਕੇ ਇਹਨੂੰ ਅੱਗੇ ਜ਼ਰੂਰ ਦੇ ਕੇ ਜਾਇਓ, ਕਿਉਂਕਿ ਪਿੰਗਲਵੜ ਦਾ ਇੱਕ ਇੱਕ ਪੈਸਾ ਆਪਣੇ ਉਹ ਪੈਸਾ ਦਾਨ ਦਾ ਲੱਗਾ ਹੋਇਆ। ਸੋ ਇਹਨੂੰ ਜ਼ਰੂਰ ਆਪਾਂ ਸਾਰਿਆਂ ਨੇ ਵੱਧ ਚੜ੍ਹ ਕੇ ਅੱਗੇ ਲੈ ਕੇ ਜਾਣਾ ਹੈ। ਸਤਿਗੁਰ ਕਿਰਪਾ ਕਰਨ, ਇਹ ਜੋ ਮੁੱਖ ਮੰਤਵ ਲੈ ਕੇ ਆਪਾਂ ਵੱਧ ਰਹੇ ਹਾਂ, ਸਤਿਗੁਰ ਕਿਰਪਾ ਕਰਨ ਅਸੀਂ ਉਹਦੇ 'ਚ ਕਾਮਯਾਬ ਹੋ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਪੁਸਤਕ ਜੋ ਹਿੰਦੀ ਦੇ ਵਿੱਚ ਪ੍ਰਕਾਸ਼ਿਤ ਹੈ, ਸਿੱਖਿਆ ਨੀਤੀ ਕੀ ਵਿਡੰਬਨਾ, ਇਸ ਦੇ ਰਚਿਤਾ ਡਾਕਟਰ ਇੰਦਰਜੀਤ ਕੌਰ ਜੀ ਹਨ। ਉਹ ਵੀ ਆਪ ਜੀ ਦੇ ਸਨਮੁਖ ਰੱਖਣ ਜਾ ਰਹੇ ਹਨ ਪੁਸਤਕ ਸਿੱਖਿਆ ਨੀਤੀ ਕੀ ਵਿਡੰਬਨਾ। ਸਾਰੇ ਵੀਰਾਂ ਦਾ, ਭੈਣਾਂ ਦਾ, ਜਿਨ੍ਹਾਂ ਨੇ ਬੁੱਕਸ ਰਿਲੀਜ਼ ਹੋਈਆਂ ਨੇ ਉਹਨਾਂ ਦਾ ਵਿਮੋਚਨ ਕੀਤਾ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਹੈ ਗੋਬਿੰਦ ਸਿੰਘ ਜੀ ਲੌਂਗੋਵਾਲ ਸਿੰਘ ਸਾਹਿਬ ਜੀ ਆਉਣ, ਗਿਆਨੀ ਕਰਤਾਰ ਸਿੰਘ ਹਰਾਂ ਨੂੰ ਸਨਮਾਨਿਤ ਕਰਨਾ। ਗਿਆਨੀ ਕੇਵਲ ਸਿੰਘ ਜੀ, ਗਿਆਨੀ ਕੇਵਲ ਸਿੰਘ ਜੀ, ਸਰਦਾਰ ਮੁਖਤਾਰ ਸਿੰਘ ਜੀ, ਡਾਕਟਰ ਤੇਜਪਾਲ ਜੀ, ਡਾਕਟਰ ਸਾਹਿਬ आओ वालिया जी, ज्ञानी जी आओ जी। पंथ की महान शख्सियत ज्ञानी करतार सिंह जी, प्रिंसीपल स्वर्ण सिंह जी को बेनती है सरदार अमरजीत सिंह जी, आज सिद्दकी जी,
ਹਾਜ਼ਰੀ ਭਰੋ। ਫੁੱਲ ਸਾਹਿਬ ਆਓ, ਆ ਜਾਓ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ 'ਚ ਬੈਠੇ ਸਰਬੱਤ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ 20ਵੀਂ ਸਦੀ ਦੇ ਮਹਾਨ ਸਮਾਜ ਸੇਵਕ ਔਰ ਮਨੁੱਖਤਾ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ, ਉਹਨਾਂ ਦੀ 27ਵੀਂ ਸਾਲਾਨਾ ਬਰਸੀ ਬੜੀ ਭਾਵਨਾ ਦੇ ਨਾਲ, ਬੜੇ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਮਨਾ ਰਹੇ ਹਾਂ। ਔਰ ਦੂਰੋਂ ਨੇੜਿਓਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਅੱਜ ਇਸ ਮਹਾਨ ਤੀਰਥ ਦੇ ਉੱਤੇ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਨੇ। ਮੇਰੇ ਤੋਂ ਪਹਿਲਾਂ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਔਰ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੰਗੀਤ ਦੇ ਮਹਾਨ ਗਿਆਤਾ ਪ੍ਰੋਫੈਸਰ ਕਰਤਾਰ ਸਿੰਘ ਜੀ, ਉਹਨਾਂ ਨੇ ਵੀ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ। ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ। ਬਹੁਤ ਖੁਸ਼ੀ ਦੀ ਗੱਲ ਹੈ, ਕਿਉਂਕਿ ਭਗਤ ਪੂਰਨ ਸਿੰਘ ਜੀ ਦਾ ਜੀਵਨ ਹੀ ਸਾਰੀ ਮਨੁੱਖਤਾ ਲਈ ਜੀਵਨ ਸੀ। ਮੈਂ ਸਮਝਦਾ ਸਭ ਤੋਂ ਵੱਡੀ ਦੇਣ ਉਹਨਾਂ ਦੀ ਮਾਤਾ ਮਹਿਤਾਬ ਕੌਰ ਦੀ ਸੀ, ਜਿਨ੍ਹਾਂ ਨੇ ਆਪਣਾ ਇੱਕ ਅੱਛਾ ਬੱਚਾ, ਜਿਹਨੂੰ ਬਚਪਨ ਦੇ ਵਿੱਚ ਹੀ ਸਾਰੀਆਂ ਸਿੱਖਿਆ ਦਿੱਤੀਆਂ, ਚੰਗੀਆਂ ਕਹਾਣੀਆਂ ਸੁਣਾਉਣੀਆਂ, ਚੰਗੀਆਂ ਭਗਤਾਂ ਦੀਆਂ ਸਾਖੀਆਂ ਸੁਣਾਉਣੀਆਂ। ਇਹਦੇ ਨਾਲ ਉਹਨਾਂ ਦਾ ਇੱਕ ਜੀਵਨ ਜਿਹੜਾ ਸੀ, ਇੱਕ ਚੰਗਾ ਜੀਵਨ ਬਣਾਉਣ ਵਾਸਤੇ, ਇੱਕ ਜੀਵਨ ਘੜਨ ਵਾਸਤੇ ਜੇ ਸਭ ਤੋਂ ਵੱਡੀ ਦੇਣ ਸੀ, ਉਹ ਮਾਤਾ ਮਹਿਤਾਬ ਕੌਰ ਦੀ ਸੀ। ਕਿਉਂਕਿ ਅੱਜ ਦੀ ਸਾਨੂੰ ਸਮੇਂ ਦੀ ਲੋੜ ਹੈ ਕਿ ਅਸੀਂ ਉਹਨਾਂ ਮਾਤਾਵਾਂ ਵਰਗੀਆਂ ਬਣੀਏ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਈਏ। ਸਭ ਤੋਂ ਪਹਿਲਾਂ ਜੇ ਹਰ ਮਨੁੱਖ ਦੀ ਗੁਰੂ ਹੈ ਤਾਂ ਉਹ ਮਾਂ ਹੈ। ਮਾਂ ਤੋਂ ਬਹੁਤ ਸਾਰੀਆਂ ਸਿੱਖਿਆ ਪ੍ਰਾਪਤ ਹੁੰਦੀਆਂ ਨੇ। ਜੇ ਮਾਂ ਚੰਗੇ ਸੰਸਕਾਰ ਪੈਦਾ ਕਰਨ, ਚੰਗੀ ਸਿੱਖਿਆ ਦੇਣ ਬੱਚਿਆਂ ਨੂੰ, ਉਹ ਸਾਰੀ ਜ਼ਿੰਦਗੀ ਬੱਚਿਆਂ ਦੇ ਨਾਲ ਨਿਭਦੀ ਹੈ, ਸਾਰੀ ਜ਼ਿੰਦਗੀ ਮਨੁੱਖ ਦੇ ਨਾਲ ਜਿਹੜੀ ਹੈ ਉਹ ਨਿਭਦੀ ਹੈ। ਇਸੇ ਤਰ੍ਹਾਂ ਦਾ ਜੀਵਨ ਭਗਤ ਪੂਰਨ ਸਿੰਘ ਦਾ ਸੀ। ਔਰ ਉਹਨਾਂ ਨੇ ਗੁਰਦੁਆਰਾ ਡੇਰਾ ਸਾਹਿਬ ਗੁਰੂ ਘਰ ਦੀ ਸੇਵਾ ਵੀ ਕੀਤੀ, ਔਰ ਉਹ ਸੇਵਾ ਦੇ ਸਿਮਰਨ ਦੇ ਵਿੱਚੋਂ ਹੀ ਉਹਨਾਂ ਨੇ ਇਹ ਵੱਡੀ ਪ੍ਰਾਪਤੀ ਜਿਹੜੀ ਅੱਜ ਅਸੀਂ ਦੇਖ ਰਹੇ ਹਾਂ ਕੀਤੀ ਹੈ। ਔਰ ਪਿਆਰਾ ਸਿੰਘ ਜਿਹੜਾ ਛੋਟਾ ਜਿਹਾ ਬੱਚਾ ਸੀ ਉਸ ਵੇਲੇ, ਉੱਥੋਂ ਇਹ ਸਾਰਾ ਕੁਝ ਔਰ ਸ਼ੁਰੂ ਹੋਇਆ ਜੋ ਆ ਭਗਤ ਪਿੰਗਲਵਾੜੇ ਦੀ ਸਥਾਪਨਾ ਹੋਈ ਹੈ। ਇਹਦੇ ਜਿਹੜੇ ਮੂਲ ਰੂਪ ਬੀਜ ਹੈਗਾ ਉਹ ਪਿਆਰਾ ਸਿੰਘ ਹੈ, ਜਿਨ੍ਹਾਂ ਨੂੰ ਉਹ ਆਪਣੇ ਕੰਧੇੜੇ 'ਤੇ ਲੈ ਕੇ ਹਮੇਸ਼ਾ ਚੱਲਦੇ ਰਹੇ ਨੇ। ਔਰ ਹੌਲੀ ਹੌਲੀ ਐਡਾ ਵੱਡਾ ਜਿਹੜਾ ਅੱਜ ਇਸ ਸਮਾਜ ਦੀ ਬਹੁਤ ਵੱਡੀ ਦੇਣ ਹੈ, ਜਿੱਥੇ ਨਥਾਵੇਂ ਦਾ ਥਾਨ ਕਹਿ ਦਈਏ ਔਰ ਗਰੀਬਾਂ ਦਾ, ਪਿੰਗਲਿਆਂ ਦਾ ਸਥਾਨ ਕਹਿ ਰਹੀਏ ਤਾਂ ਇਹ ਪਿੰਗਲਵਾੜਾ ਹੈ। ਸੋ ਸਾਨੂੰ ਅੱਜ ਦੇ ਸਮਾਜ ਵਿੱਚ ਬਹੁਤ ਵੱਡੀ ਸਿੱਖਿਆ ਮਿਲਦੀ ਹੈ। ਮੈਂ ਵੀ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਸੁਭਾਗਾ ਸਮਝਦਾ ਕਿ ਮੈਨੂੰ ਭਗਤ ਪੂਰਨ ਸਿੰਘ ਜੀ ਦੇ ਨੇੜੇ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ, ਔਰ ਉਹਨਾਂ ਦੇ ਚੰਗੇ ਬਚਨ ਸੁਣਨ ਦਾ ਜਿਹੜਾ ਹੈ ਮਾਣ ਪ੍ਰਾਪਤ ਹੋਇਆ ਹਮੇਸ਼ਾ। ਔਰ ਮੈਨੂੰ ਬੜਾ ਪਿਆਰ ਕਰਦੇ ਸੀ। ਜਦੋਂ ਵੀ ਮੈਂ ਆਉਣਾ ਕੋਈ ਨਾ ਕੋਈ ਉਹਨਾਂ ਨੇ ਚੰਗੇ ਲੇਖ ਸੁਣਾਉਣੇ, ਚੰਗੀਆਂ ਗੱਲਾਂ ਦੱਸਣੀਆਂ। ਔਰ ਉਹਨਾਂ ਦਾ ਇੱਕ ਐਸਾ ਸੁਭਾਅ ਸੀ ਕਿ ਜਦੋਂ ਵੀ ਕਿਤੇ ਨਾਲ ਜਾਣਾ, ਅਸੀਂ ਕਈ ਵਾਰ ਦਫ਼ਤਰਾਂ ਵਿੱਚ ਚਲੇ ਜਾਣਾ। ਮੈਨੂੰ ਯਾਦ ਹੈ ਕਈ ਵਾਰ ਉਸ ਵੇਲੇ ਮੈਂ MLA ਸੀ, ਅਸੀਂ ਸਰਦਾਰ ਸੁਖਜੀਤ ਸਿੰਘ ਬਰਨਾਲਾ ਦੇ ਦਫ਼ਤਰ ਚਲੇ ਗਏ। ਸਭ ਤੋਂ ਮੈਨੂੰ ਕਹਿੰਦਾ ਸਾਰੀਆਂ ਲਾਈਟਾਂ ਬੰਦ ਕਰੋ। ਇੰਨੀਆਂ ਲਾਈਟਾਂ ਕਿਉਂ ਲਾਈਆਂ ਨੇ? ਇੱਕ ਦੋ ਇਹ ਲਾਈਟਾਂ ਨਾਲ ਵੀ ਕੰਮ ਸਰ ਸਕਦਾ ਹੈ। ਇੰਨੀਆਂ ਲਾਈਟਾਂ ਤੁਸੀਂ ਲਾਤੀਆਂ, ਮੇਰੇ ਤੋਂ ਸਾਰੀਆਂ ਲਾਈਟਾਂ ਬੰਦ ਕਰਵਾਈਆਂ ਪਹਿਲਾਂ ਉਹਨਾਂ ਨੇ। ਕਹਿੰਦੇ ਵੀ ਇਹ ਹੈ। ਔਰ ਸਾਨੂੰ ਹਰ ਚੀਜ਼ ਦਾ ਜਿਹੜੀ ਹੈ ਮਤਲਬ ਕਿ ਔਰ ਇਹ ਦੇਖਣਾ ਚਾਹੀਦਾ ਕਿ ਬਿਜਲੀ ਦੀ ਵੀ ਜਿਹੜੀ ਹੈ ਉਹਨੂੰ ਘੱਟ ਬਾਲਣੀ ਚਾਹੀਦੀ ਹੈ, ਪਾਣੀ ਘੱਟ ਬਾਲਣਾ ਚਾਹੀਦਾ, ਔਰ ਪਾਣੀ ਦੀ ਘੱਟ ਮਾਤਰਾ ਵਿੱਚ ਜਿਹੜਾ ਯੂਜ ਕਰਨਾ ਚਾਹੀਦਾ। ਇਹ ਉਹਨਾਂ ਦਾ ਪਹਿਲਾਂ ਦਿਨ ਤੋਂ ਹੀ ਇਹ ਗੱਲਾਂ ਸੀਆਂ। ਇਸੇ ਤਰ੍ਹਾਂ ਮੈਨੂੰ ਇੱਕ ਉਹ ਘਟਨਾ ਯਾਦ ਹੈ ਕਿ ਮੈਂ ਜਦੋਂ ਸੰਗਰੂਰ ਹਸਪਤਾਲ ਤੋਂ ਉਹਨਾਂ ਨਾਲ ਜਾ ਰਿਹਾ ਸੀ ਘਰ ਨੂੰ, ਤਾਂ ਉੱਥੇ ਇੱਕ ਹੋਲ ਸੀ।
ਉਹ ਹੋਲ ਦੇ ਵਿੱਚ ਮੈਂ ਉਦੋਂ MLA ਵੀ ਸੀ, ਲੇਕਿਨ ਮੈਨੂੰ ਕਹਿੰਦੇ ਖੜ ਇੱਥੇ ਹੀ, ਇੱਟਾਂ ਚੁੱਕ ਕੇ ਲਿਆ ਸਾਰੀਆਂ ਇੱਟਾਂ ਮੇਥੋਂ ਚੁਕਾਈਆਂ ਉਹਨਾਂ ਨੇ, ਸਾਰਿਆਂ ਹੋਲ ਦੇ ਉੱਤੇ ਲਵਾਈਆਂ ਸਾਰੀਆਂ। ਮਤਲਬ ਕਿ ਇੱਕ ਐਸਾ ਕਿ ਤੇਰੇ ਵਿੱਚ ਇਹ ਗੱਲ ਨਾ ਹੋਵੇ ਕਿ ਮੈਂ MLA ਜਾਂ ਹੋਰ ਹਾਂ। ਇਹ ਨਿਮਰਤਾ ਦੀ ਗੱਲ ਹੈ, ਸੇਵਾ ਵਿੱਚੋਂ ਨਿਮਰਤਾ ਪ੍ਰਾਪਤ ਹੁੰਦੀ ਹੈ। ਸੋ ਮੈਂ ਸਮਝਦਾ ਕਿ ਉਹ ਐਸੇ ਮਹਾਨ ਮਨੁੱਖ ਸਨ 20ਵੀਂ ਸਦੀ ਦੇ, ਜਿਨ੍ਹਾਂ ਨੇ ਸਾਡੇ ਸਮਾਜ ਨੂੰ ਜਿਹੜੀਆਂ ਅੱਜ ਅਸੀਂ ਗੱਲਾਂ ਕਰਦੇ ਹਾਂ, ਅੱਜ ਸਾਡੀਆਂ ਸਰਕਾਰਾਂ ਗੱਲਾਂ ਕਰਦੀਆਂ ਨੇ, ਸਮਾਜ ਗੱਲਾਂ ਕਰਦਾ ਹੈ ਕਿ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਔਰ ਵਾਤਾਵਰਨ ਸਾਫ਼ ਹੋਣਾ ਚਾਹੀਦਾ ਹੈ, ਦਰਖਤ ਲਾਉਣੇ ਚਾਹੀਦੇ ਨੇ। ਅੱਜ ਇਹ ਸਾਰੀਆਂ ਗੱਲਾਂ ਹੁਣ ਅੱਧੀ ਸਦੀ ਪਹਿਲਾਂ ਕੀਤੀਆਂ ਸੀ। ਆਪਣੇ ਕਿਤਾਬਾਂ ਵਿੱਚ, ਆਪਣੇ ਲੇਖਾਂ ਵਿੱਚ, ਆਪਣੇ ਭਾਸ਼ਣਾਂ ਵਿੱਚ ਜਿੱਥੇ ਵੀ ਜਾਂਦੇ ਸੀ ਸਾਰੀਆਂ ਗੱਲਾਂ ਵਾਤਾਵਰਨ ਦੀਆਂ ਕਰਦੇ ਸੀ ਕਿ ਵੱਧ ਤੋਂ ਵੱਧ ਆਪਾਂ ਜਿਹੜਾ ਹੈ ਰੁੱਖ ਲਗਵਾਈਏ, ਪਾਣੀ ਦੀ ਸੇਵਾ ਸੰਭਾਲ ਕਰੀਏ, ਪਾਣੀ ਵਰਤ ਨਹੀਂ ਵਰਤਣਾ ਚਾਹੀਦਾ। ਸੋ ਇਹ ਮੈਂ ਸਮਝਦਾ ਕਿ ਉਹਨਾਂ ਦੀ ਕਿੱਡੀ ਉੱਚੀ ਸੋਚ ਸੀ ਔਰ ਕਿੱਡੀ ਉੱਚੀ ਉਹਨਾਂ ਦੀ ਵਿਚਾਰਧਾਰਾ ਸੀ ਸਾਰੀ। ਉਹਨਾਂ ਨੇ ਸਾਡੇ ਸਮਾਜ ਨੂੰ ਜਿਹੜੀ ਐਡੀ ਵੱਡੀ ਵਿਚਾਰਧਾਰਾ ਦਿੱਤੀ ਹੈ, ਜੋ ਸਾਨੂੰ ਅੱਜ ਅਸੀਂ ਗੁਰੂ ਨਾਨਕ ਦੇਵ ਸਾਹਿਬ ਦਾ ਔਰ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਗੁਰੂ ਸਾਹਿਬ ਦੀ ਮੈਂ ਸਮਝਦਾ ਆਖਰੀ ਸਿੱਖਿਆ ਜਿਹੜੀ ਸੀ ਇਹ ਭਗਤ ਪੂਰਨ ਸਿੰਘ ਨੇ ਧਾਰਨ ਕੀਤੀ ਸੀ। ਗਰੀਬ ਦੀ ਰੱਖਿਆ ਕਰਨੀ, ਮਜ਼ਲੂਮ ਦੀ ਰਾਖੀ ਕਰਨੀ, ਇਹ ਸਾਰੀਆਂ ਗੱਲਾਂ ਜਿਹੜੇ ਸਾਰੇ ਗੁਣ ਸੇ ਉਹ ਭਗਤ ਪੂਰਨ ਸਿੰਘ ਵਿੱਚ ਦੇਖੇ ਜਾ ਸਕਦੇ ਨੇ। ਸੋ ਮੈਨੂੰ ਖੁਸ਼ੀ ਹੈ ਕਿ ਇਹ ਪਿੰਗਲਵਾੜਾ ਜਿਹੜਾ ਇੱਕ ਸਾਨੂੰ ਸੇਧ ਦੇ ਰਿਹਾ, ਅੱਜ ਸਾਡੇ ਸਮਾਜ ਨੂੰ ਸੇਧ ਦੇ ਰਿਹਾ, ਹਰ ਪੱਖੋਂ ਸੇਧ ਦੇ ਰਿਹਾ। ਹੁਣੀ 6 ਕਿਤਾਬਾਂ ਰਿਲੀਜ਼ ਕੀਤੀਆਂ ਨੇ, ਵੱਖ-ਵੱਖ ਵਿਦਵਾਨਾਂ ਨੇ ਲਿਖੀਆਂ ਨੇ, ਹਰ ਨਵੇਂ ਵਿਸ਼ੇ 'ਤੇ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸੋ ਅੱਜ ਸਾਨੂੰ ਲੋੜ ਹੈ ਕਿ ਭਗਤ ਪੂਰਨ ਸਿੰਘ ਦੀ ਸਿੱਖਿਆਵਾਂ 'ਤੇ ਚੱਲੀਏ, ਤਾਂ ਹੀ ਸਾਡਾ ਸਮਾਜ ਚੰਗਾ ਬਣ ਸਕਦਾ ਹੈ। ਸਮਾਜ ਦੇ ਵਿੱਚੋਂ ਭੈੜਾਂ ਔਰ ਕੁਰੀਤੀਆਂ ਉਹ ਸਾਰੀਆਂ ਦੂਰ ਹੋ ਸਕਦੀਆਂ ਨੇ ਜੇ ਅਸੀਂ ਭਗਤ ਜੀ ਦੀ ਉਹਨਾਂ ਸਿੱਖਿਆਵਾਂ ਜੋ ਸਾਨੂੰ ਦੇ ਕੇ ਗਏ ਨੇ। ਸੋ ਮੈਂ ਸਮਝਦਾ ਕਿ ਐਸਾ ਮਹਾਨ ਉਹ ਸਮਾਜ ਸੇਵਕ ਜਿਹੜਾ ਸਾਡੇ ਵਿੱਚ ਆ ਕੇ ਇੱਕ ਨਵੀਆਂ ਪਿਰਤਾਂ ਪਾ ਕੇ ਗਿਆ ਹੈ ਔਰ ਨਵੀਂ ਲੋਕਾਂ ਨੂੰ ਸੋਚ ਦੇ ਕੇ ਗਿਆ ਹੈ। ਪਿੰਗਲਵਾੜਾ ਐਡਾ ਵੱਡਾ ਸਥਾਪਨਾ ਕਰਕੇ ਗਿਆ ਸਾਨੂੰ ਸਾਰੇ। ਅਸੀਂ ਅੱਜ ਇਹਦੇ ਉન્નਤੀ ਲਈ ਔਰ ਮੈਂ ਇਹ ਵੀ ਸਮਝਦਾ ਕਿ ਸਤਿਗੁਰੂ ਮਿਹਰ ਕਰਦੇ ਨੇ ਕਿ ਡਾਕਟਰ ਇੰਦਰਜੀਤ ਕੌਰ ਜੀ ਔਰ ਜਿਹੜੇ ਉਹਨਾਂ ਤੋਂ ਬਹੁਤ ਸਾਰੇ ਜਿਨ੍ਹਾਂ ਨੇ ਸਾਰੀਆਂ ਗੱਲਾਂ ਪ੍ਰਾਪਤ ਕੀਤੀਆਂ ਨੇ, ਅੱਜ ਇਸ ਪਿੰਗਲਵਾੜੇ ਦੀਆਂ ਹੋਰ ਅੱਗੇ ਵਧਾ ਰਹੇ ਨੇ। ਜਿੱਥੇ ਸਿਰਫ ਅੱਗੇ ਮਰੀਜ਼ਾਂ ਦੀ ਸੇਵਾ ਕੀਤੀ ਜਾ ਰਹੀ ਸੀ, ਇਹਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਜੁੜ ਗਈਆਂ ਅੱਜ। ਔਰ ਸਕੂਲਾਂ ਦੀ ਗੱਲ ਕੀਤੀ ਜਾ ਰਹੀ ਹੈ ਔਰ ਖੇਤੀ ਜਿਹੜੀ ਅੱਜ ਅਸੀਂ ਕਹਿੰਦੇ ਹਾਂ ਜਿਹੜੀ ਅੱਜ ਬਹੁਤ ਵੱਡੀ ਲੋੜ ਹੈ ਇਸਤਰੀਆਂ ਦੇ ਜਿਹੜੀਆਂ ਆਪਣੇ ਪਾਏ ਜਾ ਰਹੇ ਰੇਹ ਵਗੈਰਾ ਹੋਰ ਕਿ ਇਸ ਤਰ੍ਹਾਂ ਖੇਤੀ ਹੋਵੇ, ਉਹ ਸਾਰੀਆਂ ਗੱਲਾਂ ਇੱਥੋਂ ਸਾਨੂੰ ਸਾਰਿਆਂ ਨੂੰ ਮਿਲਦੀਆਂ ਨੇ। ਸੋ ਮੈਂ ਜਿੱਥੇ ਉਹਨਾਂ ਮਹਾਨ ਭਗਤ ਪੂਰਨ ਸਿੰਘ ਨੂੰ ਸਿੱਧਾ ਕਰਦਾ, ਇਹੀ ਆਸ ਕਰਦਾ ਕਿ ਅਸੀਂ ਸਾਰੇ ਉਹਨਾਂ ਨੇ ਜੋ ਸਾਨੂੰ ਸਿੱਖਿਆਵਾਂ ਦੇ ਕੇ ਗਏ ਸਨ, ਜਿਸ ਤਰ੍ਹਾਂ ਦੀ ਵਿਚਾਰਧਾਰਾ ਸਾਨੂੰ ਸਾਰੇ ਦੱਸ ਕੇ ਗਏ ਸਨ, ਅੱਜ ਸਾਰੇ ਅਸੀਂ ਉਹਨਾਂ ਦੀ ਵਿਚਾਰਧਾਰਾ 'ਤੇ ਚੱਲ ਕੇ ਅਸੀਂ ਵੀ ਸਮਾਜ ਦੇ ਵਿੱਚ ਇੱਕ ਚੰਗਾ ਜੀਵਨ ਜਿਹੜਾ ਹੈ ਔਰ ਵਿਚਰਨ ਦਾ ਉਪਰਾਲਾ ਕਰੀਏ। ਸੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਆਪਣਾ ਕੀਮਤੀ ਸਮਾਂ ਇਹਨਾਂ ਨੇ ਅੱਜ ਇੱਥੇ ਸਾਨੂੰ ਦਿੱਤਾ। ਇਹਨਾਂ ਨੂੰ ਸਨਮਾਨ ਚਿੰਨ੍ਹ ਦੇਣਗੇ ਡਾਕਟਰ ਨਿਰਮਲ ਸਿੰਘ ਜੀ, ਡਾਕਟਰ SS ਸ਼ੀਨਾ ਜੀ, ਡਾਕਟਰ ਤੇਜਪਾਲ ਜੀ ਔਰ ਮੇਰੀ ਵੀਰ ਸ਼ਗੂ ਸਾਹਿਬ ਨੂੰ ਬੇਨਤੀ ਹੈ ਕਿ ਉਹ ਵੀ ਆਉਣ। ਗਿਆਨੀ ਕਰਤਾਰ ਸਿੰਘ ਜੀ, ਸਰਦਾਰ ਮੁਖਤਾਰ ਸਿੰਘ ਜੀ ਗੁਰਾਇਆ, ਭੈਣ ਡਾਕਟਰ ਇੰਦਰਜੀਤ ਕੌਰ ਜੀ, ਸਿੰਘ ਸਾਹਿਬ, ਗਿਆਨੀ ਕੇਵਲ ਸਿੰਘ ਜੀ ਆਵਾਜ਼ ਸੁਣਦੇ ਹੋਣ ਨਜ਼ਦੀਕ। ਚਲੇ ਬੋਲੇ ਸੋ ਨਿਹਾਲ।